सियासी पार्टियां ਜਿਹੜੀਆਂ ਇੱਕ ਦੂਜੇ ਦੇ ਉੱਪਰ ਆਰੋਪ ਲਾਉਣੇ ਸ਼ੁਰੂ ਕਰ ਦਿੰਦੀਆਂ ਨੇ। ਇਹ 6 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਹੀ ਕਿਉਂ ਹੁੰਦਾਗਾ? ਵਿਰੋਧੀਆਂ ਨੇ ਕਹਿਣਾ ਵਿਨਾਸ਼ ਕਰ ਦਿੱਤਾ ਤੇ ਜਿਹੜੀ ਸਰਕਾਰ ਆ ਉਹਨੇ ਕਹਿਣਾ ਕਿ ਅਸੀਂ ਵਿਕਾਸ ਕਰਨ ਵੱਲ ਲੱਗੇ ਹੋਏ ਹਾਂ। ਆਖਰੀ 6 ਮਹੀਨੇ ਤੇ ਸਾਰੀ ਲੜਾਈ ਹੁੰਦੀ ਹੈ। ਬਿਜਲੀ ਵਾਲਾ ਜਿਹੜਾ ਤੁਹਾਡਾ ਮੁੱਦਾ ਮੈਂ ਕਹਿ ਦਿੰਦਾ ਹੈ 2007 ਤੋਂ ਕੀਤਾ ਗਿਆ ਔਰ ਉਹਦੇ 'ਚ ਗਲਤ ਕਿਸਮ ਦੇ ਵਾਅਦੇ ਤੇ ਕੀਤੇ ਗਏ। ਇਹਦੇ 'ਚ ਤਾਂ ਕੋਈ ਦੋ ਰਾਏ ਹੈ ਨਹੀਂ। ਇਸ ਵੇਲੇ ਦੀ ਜਿਹੜੀ ਹਾਲਾਤ ਆ ਉਹ ਬਹੁਤ ਹੀ ਤਰਾਸਦੀ ਵਾਲੀ ਹਾਲਾਤ ਆ। ਤਰ੍ਹਾਂ ਹੋਈ ਪਿੰਡਾਂ 'ਚ ਝੋਨਾ ਵਾਹੁਣ ਤੇ ਆ ਗਿਆ, ਕਈਆਂ ਨੇ ਤਾਂ ਵਾਹ ਵੀ ਦਿੱਤੇ ਆ ਝੋਨਾ। ਜੇ 5-10 ਦਿਨ ਹੋਰ ਇਸੇ ਤਰ੍ਹਾਂ ਮੀਂਹ ਵੀ ਨਾ ਪਿਆ ਔਰ ਬਿਜਲੀ ਦੀ ਹਾਲਤ ਇਹ ਰਹੀ ਤਾਂ ਬਹੁਤ ਸਾਰਾ ਫਸਲ ਦਾ ਨੁਕਸਾਨ ਹੋ ਜਾਊਗਾ ਜਿਹੜਾ ਬਾਅਦ ਵਿੱਚ ਪੂਰਾ ਨਹੀਂ ਹੋ ਸਕਦਾ। ਭਗਵੰਤ ਮਾਨ ਕਹਿੰਦੇ ਨੇ ਕਿ ਸਾਡਾ ਪਹਿਲਾ ਮੁੱਦਾ ਹੀ ਇਹ ਰਹੇਗਾ, ਪਹਿਲੀ ਕੈਬਨਿਟ ਦੇ ਵਿੱਚ ਜਦੋਂ ਸਾਡੀ ਸਰਕਾਰ ਬਣ ਜੇ ਤਾਂ ਅਸੀਂ ਸਾਰੇ ਸਮਝੌਤੇ ਜਿਹੜੇ ਕਰੇ ਹੋਏ ਨੇ ਥਰਮਲਾਂ ਨਾਲ ਉਹ ਰੱਦ ਕਰ ਦਿਆਂਗੇ। ਇਹ ਆਪੋਜੀਸ਼ਨ ਦੇ 4 ਸਾਲੇ ਅੰਦਰ ਬੈਠੇ ਰਹੇ, ਇਹਨਾਂ ਦੀ ਪਾਰਟੀ ਬੈਠੀ ਰਹੀ ਆ। ਪਾਰਟੀ ਨੂੰ ਹੀ ਨਹੀਂ ਪਹਿਲਾਂ ਤੇ ਇਕੱਠੇ ਰੱਖਿਆ, ਦੋ ਜਗ੍ਹਾ ਬੈਠੇ ਹੁੰਦੇ ਸੀ। ਜਿਹੜਾ ਇਹਨਾਂ ਨੇ ਗਿੱਦੜ ਸਿੰਘੀ 'ਚ ਹੁਣ ਅਗਲੀ ਵਾਰ ਨੂੰ ਦੇਣੀ ਹੈ, ਹੁਣੇ ਕਿਉਂ ਨਹੀਂ ਉੱਥੇ ਅਸੈਂਬਲੀ ਦੇ ਅੰਦਰ ਇਹਨਾਂ ਨੇ ਕਿਹਾ ਜੀ ਇਹ ਗੱਲ ਇੰਝ ਹੋਣੀ ਚਾਹੀਦੀ, ਨਹੀਂ ਤੇ ਅਸੀਂ ਇੱਥੇ ਬੈਠੇ ਆ, ਇਹ ਸਮਝੌਤੇ ਰੱਦ ਕਰੋ। ਕਾਂਗਰਸ ਰਾਜ ਵਿੱਚ ਆ ਗਈ, ਸੱਤਾ ਵਿੱਚ ਆ ਗਈ, ਇਹ ਕਹਿ ਕੇ ਕਿ ਨਸ਼ੇ ਖਤਮ ਕਰਾਂਗੇ, ਆਹ ਕਰਾਂਗੇ ਔਰ ਇਹ ਸਮਝੌਤੇ ਰੱਦ ਕਰਾਂਗੇ ਕਹਿ ਕੇ ਆਈ ਹੈ। ਹੁਣ ਅਸੀਂ ਦੁਬਾਰਾ ਫਿਰ ਇਹਨਾਂ ਨੂੰ ਵੋਟਾਂ ਪਾ ਦਈਏ, ਹੁਣ ਇਹ ਕਹਿ ਕੇ ਫਿਰ 5 ਸਾਲਾਂ ਬਾਅਦ 4.5 ਸਾਲਾਂ ਬਾਅਦ ਉਦੋਂ ਬਾਅਦ ਇਹ 6 ਮਹੀਨਿਆਂ ਬਾਅਦ ਕਹਿਣਗੇ ਦੇਖੋ ਜੀ ਇਹ ਹੋ ਤੇ ਸਕਦੇ ਨਹੀਂ, ਅਸੀਂ ਵਾਅਦਾ ਤੁਹਾਡੇ ਨਾਲ ਕੀਤਾ ਸੀ, ਆਪਾਂ ਕੋਲ ਹੋਰ ਕੁਝ ਕਰਾ ਲਓ, ਹੋਰ 4 ਯੂਨਿਟ ਲਾ ਦਿੰਦੇ ਆ। ਇੱਕੋ ਮੁੱਖ ਮੰਤਰੀ ਆ ਦਿੱਲੀ ਦਾ ਜਿਹੜਾ ਕੇਜਰੀਵਾਲ ਆ, ਉਹ ਪੰਜਾਬ ਦਾ ਭਲਾ ਕਰ ਸਕਦਾ। ਇੱਕੋ ਮੁੱਖ ਮੰਤਰੀ ਆ ਜਿਹੜਾ ਕਿਸਾਨਾਂ ਦੇ ਧਰਨੇ ਦੇ ਵਿੱਚ ਜਾ ਕੇ ਬੈਠਾ, ਪ੍ਰੋਟੈਸਟ ਦੇ ਵਿੱਚ ਜਾ ਕੇ ਬੈਠਾ। ਕਿਵੇਂ ਦੇਖਦੇ ਯਾਰ? ਕੀ ਦੇਖਦੇ ਆ? ਬੜਾ ਸਾਫ਼ ਆ ਇਸ ਵੇਲੇ 10,500 ਕਰੋੜ ਦੀ ਸਬਸਿਡੀ ਅਸੀਂ ਦੇ ਰਹੇ ਹਾਂ। ਕਿੱਡੀ ਕੁ ਸਟੇਟ ਹੈ ਸਾਡੀ, ਹੋਰ ਕੀ ਦੇ ਦੇਣਗੇ? ਦਿੱਲੀ ਨਾਲੋਂ ਜਿਹੜੀ ਪਰ ਹੈਡ ਸਬਸਿਡੀ 2.5 ਗੁਣਾ ਅਸੀਂ ਪੰਜਾਬ 'ਚ ਦੇ ਰਹੇ ਹਾਂ ਪਰ ਹੈਡ। ਪੰਜਾਬ ਨੇ ਬੜੇ ਪੀਰ ਪੈਗੰਬਰ ਪੈਦਾ ਕਰੇ, ਬੜੇ ਯੋਧੇ ਪੈਦਾ ਕਰੇ। ਜੇ ਗੱਲ ਕਰੀਏ ਤਾਂ ਅੱਜ ਪੰਜਾਬ ਨੂੰ ਫੇਰ ਟਾਰਗੇਟ ਕਰਿਆ ਜਾ ਰਿਹਾ ਹੈਗਾ। ਇਹ ਆਖਰ ਕਿਉਂ ਹੁੰਦਾ? ਪੰਜਾਬ ਦੇ ਉੱਪਰ ਹਮਲੇ ਕਿਉਂ ਹੁੰਦੇ? ਪੰਜਾਬ ਦੇ ਲੋਕ ਲੜਾਕੂ ਤੇ ਜੁਝਾਰੂ ਤੇ ਇਨਸਾਫ ਪਸੰਦ ਹੋਣ ਕਰਕੇ ਜਦੋਂ ਲੀਡ ਕਰਦੇ ਆ ਤੇ ਇਹ ਦਿਖਦੇ ਆ, ਉਹ ਚਾਹੁੰਦੇ ਤੇ ਕੋਸ਼ਿਸ਼ ਤੇ ਕਰਦੇ ਰਹਿੰਦੇ ਆ ਦਿੱਲੀ ਦੀ ਸੱਤਾ ਜਿਹੜੀ ਆ ਕਿ ਇਹਨਾਂ ਨੂੰ ਥੋੜਾ ਜਿਹਾ ਦਰਕਨਾਰ ਕਰਕੇ ਰੱਖਿਆ ਜਾਏ, ਥੋੜੇ ਜਿਹੇ ਖੰਭ ਇਹਨਾਂ ਦੇ ਕੱਟ ਕੇ ਰੱਖੇ ਜਾਣ। ਪਰ ਉਹ ਜਿੰਨਾ ਕੱਟਣ ਦੀ ਕੋਸ਼ਿਸ਼ ਕਰਦੇ ਆ ਉਨੇ ਖੰਭ ਜ਼ਿਆਦਾ ਹੋਰ ਸੰਘਣੇ ਤੇ ਵੱਡੇ ਉੱਗ ਆਉਂਦੇ। ਵੀਰ ਬਾਦਲ ਮੈਨਿੰਗ ਹੁੰਦੀ ਹੈ ਜਿੱਥੇ ਕਹਿੰਦੇ ਨੇ ਕਿ ਅਸੀਂ ਮੈਨਿੰਗ ਰੋਕਣ ਗਏ ਆ, ਪਰ ਮੈਨਿੰਗ ਅੱਜ ਜਿਹੜੇ ਮੰਨਾ ਸਾਹਿਬ ਨੇ ਉਹ ਆਉਂਦੇ ਨੇ ਸਾਹਮਣੇ ਕਿ ਮੈਨਿੰਗ ਤਾਂ ਚੱਲ ਰਹੀ ਹੈ, ਹਜੇ ਰੁਕੀ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਵੀ ਇਹ ਇੱਕ ਸਟੰਟ ਸੀ ਜਾਂ ਵਾਕਈ ਉੱਥੇ ਦਿਲ ਤੋਂ ਗਏ ਸੀ? ਚੋਣਾਂ ਲਈ ਸਾਰਾ ਕੁਝ ਚੋਣਾਂ ਲਈ ਹੋ ਰਿਹਾ। ਇਹਨਾਂ ਦੇ ਵੇਲੇ ਨਹੀਂ ਸੀ ਹੁੰਦਾ, ਸਭ ਕੁਝ ਹੁੰਦਾ ਸੀ। ਕਾਂਗਰਸ ਵੇਲੇ ਵੀ ਸਾਰਿਆਂ ਨੂੰ ਹੁੰਦਾ, ਰਲ ਮਿਲ ਕੇ ਹੁੰਦਾ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ। ਸਾਨੂੰ ਤੇ ਇਹੋ ਜਿਹੀਆਂ ਵੀ ਖਬਰਾਂ ਮਿਲਦੀਆਂ ਵੀ ਕੋਈ ਵਿੱਚ ਈਵਨ ਆਮ ਆਦਮੀ ਪਾਰਟੀ ਦਾ ਵੀ ਥੋੜੀ ਜਿਹੀ ਰੇਤਾ ਜਿਹੜੀ ਚੱਕ ਲੈਂਦਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਵੀ ਬਹੁਤ ਪੈਦਾ ਹੋਏ ਨੇ ਹਨ। ਉਹਨਾਂ ਨੂੰ ਕਰਨ ਵਾਲਾ ਕੌਣ ਆ? ਜਾਂਦੇ ਕੀ ਕਹਿ ਕੇ ਜਾਓਗੇ ਇਹ ਸਾਰੀਆਂ ਗੱਲਾਂ ਦੇ ਉੱਪਰ? ਦੇਸ਼ ਦੀ ਪਾਰਲੀਮੈਂਟ 'ਚ 43% MP ਇਹੋ ਜਿਹੇ ਹੋਣ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਟਾਈਮ ਤੇ ਕ੍ਰਿਮੀਨਲ ਕੇਸ ਹੈਗੇ, ਤਾਂ ਫਿਰ ਤੁਸੀਂ ਇਹ ਦੇਖ ਲਓ ਕਿ ਤੁਹਾਡੀ ਰਾਜਨੀਤੀ ਕਿਹੋ ਜਿਹੀ ਆ ਤੇ ਕਿਹੋ ਜਿਹਾ ਸਮਾਜ ਨੂੰ ਉਹ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਕਾਫੀ ਮੁੱਦਾ ਭਖਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ CM ਹਾਊਸ ਦਾ ਘਿਰਾਓ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੱਲ ਨਸ਼ਿਆਂ ਨੂੰ ਲੈ ਕੇ BJP ਦੇ ਜਿਹੜੇ ਵਰਕਰ ਨੇ ਉਹ ਪਹੁੰਚਦੇ ਨੇ। ਗੱਲਬਾਤ ਕਰਾਂਗੇ ਸਾਡੇ ਨਾਲ ਇਹ ਸਾਰੀਆਂ ਗੱਲਾਂ ਦੇ ਉੱਪਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਜੇ ਆਪਾਂ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਜਿਹੜੀਆਂ ਇੱਕ ਦੂਜੇ ਦੇ ਉੱਪਰ ਆਰੋਪ ਲਾਉਣੇ ਸ਼ੁਰੂ ਕਰ ਦਿੰਦੀਆਂ ਨੇ। ਇਹ 6 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਹੀ ਕਿਉਂ ਹੁੰਦਾਗਾ? ਤੁਸੀਂ ਉਮਰ ਹੰਢਾ ਲਈ ਹੈਗੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ। ਇਹ ਅਫਸੋਸ ਦੀ ਗੱਲ ਆ ਕਿ ਸਾਰਾ ਵਿਕਾਸ ਦਾ ਕੰਮ ਜਾਂ ਵਿਨਾਸ਼ ਦਾ ਕੰਮ ਵਿਰੋਧੀਆਂ ਨੇ ਕਹਿਣਾ ਵਿਨਾਸ਼ ਕਰ ਦਿੱਤਾ ਤੇ ਜਿਹੜੀ ਸਰਕਾਰ ਆ ਉਹਨੇ ਕਹਿਣਾ ਕਿ ਅਸੀਂ ਵਿਕਾਸ ਕਰਨ ਵੱਲ ਲੱਗੇ ਹੋਏ ਹਾਂ। ਇਹ ਪਿਛਲੇ 6 ਮਹੀਨਿਆਂ ਜਾਂ 8 ਮਹੀਨਿਆਂ ਲਈ ਰਾਖਵਾਂ ਰੱਖ ਲਿਆ ਜਾਂਦਾ ਤੇ ਇਹ ਕਾਫੀ ਦੁੱਖ ਵਾਲੀ ਗੱਲ ਹੀ ਮੈਂ ਤੇ ਕਹੂੰਗਾ। ਇਸੇ ਕਰਕੇ ਅਸੀਂ ਤੇ ਲਗਾਤਾਰ ਇਹ ਮੰਗ ਕਰਦੇ ਹਾਂ ਕਿ ਜੋ ਵੀ ਗਾਂ ਚੋਣ ਮਨੋਰਥ ਪੱਤਰ ਹੋਣ ਉਹਦੇ ਵਿੱਚ ਇੱਕ ਤੇ ਉਹ ਲੀਗਲ ਡਾਕੂਮੈਂਟ ਹੋਵੇ। ਇੱਕ ਵਾਰੀ ਮੈਂ ਹੀ ਨਹੀਂ, ਇਹ ਈਵਨ ਸੁਖਬੀਰ ਬਾਦਲ ਨੇ ਵੀ ਇਸ ਗੱਲ ਦਾ ਕਿਹਾ ਸੀ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਔਰ ਪਤਾ ਨਹੀਂ ਹੁਣ ਉਹ ਕਰਦੇ ਕਿ ਨਹੀਂ ਕਰਦੇ। ਔਰ ਨਾਲ ਹੀ ਉਹਦੇ 'ਚ ਜੋ ਵੀ ਗੱਲਾਂ ਕਰਦੇ, ਭਾਵੇਂ ਬਿਜਲੀ ਦੀਆਂ ਹੋਣ ਜਾਂ ਵਿਕਾਸ ਦੀਆਂ ਹੋਣ ਜਾਂ ਡਰੱਗ ਦਾ ਮਾਫੀਆ ਨੂੰ, ਰੇਤਾ ਬਜਰੀ, ਜੋ ਵੀ ਗੱਲਾਂ ਕਰਦੇ ਉਸ ਦਾ ਕਿੱਥੋਂ ਪੈਸਾ ਆਊਗਾ ਉਹਦੇ 'ਚ ਲਿਖਿਆ ਜਾਏ।
ਕਿੰਨੇ ਟਾਈਮ 'ਚ ਕਿਹੜੀਆਂ ਚੀਜ਼ਾਂ ਪਹਿਲਾਂ ਪੂਰੀਆਂ ਹੋਣਗੀਆਂ, ਕਿਹੜੀਆਂ ਦੂਜੇ ਲੈਵਲ ਤੇ ਹੋਣਗੀਆਂ, ਪ੍ਰਾਇਓਰੀਟਾਈਜ਼ ਕੀ ਕੀਤਾ ਜਾਊਗਾ, ਇਹ ਸਾਰਾ ਕੁਝ ਹੋਣਾ ਬੜਾ ਜ਼ਰੂਰੀ ਹੈਗਾ। ਅਦਰਵਾਈਜ਼ ਜਿਸ ਢੰਗ ਨਾਲ ਹੁਣ ਚੱਲਿਆ ਹੋਇਆ ਆ, ਇਹਦੇ ਨਾਲ ਤੇ 6 ਮਹੀਨਿਆਂ ਦੇ ਉੱਤੇ ਹੀ ਆਖਰੀ 6 ਮਹੀਨਿਆਂ ਤੇ ਸਾਰੀ ਲੜਾਈ ਹੁੰਦੀ ਆ। ਬਿਜਲੀ ਵਾਲਾ ਜਿਹੜਾ ਤੁਹਾਡਾ ਮੁੱਦਾ ਮੈਂ ਕਹਿ ਦਿੰਦਾ ਹੈ 2007 ਤੋਂ ਕੀਤਾ ਗਿਆ ਔਰ ਉਹਦੇ 'ਚ ਗਲਤ ਕਿਸਮ ਦੇ ਵਾਅਦੇ ਤੇ ਕੀਤੇ ਗਏ, ਇਹਦੇ 'ਚ ਤਾਂ ਕੋਈ ਦੋ ਰਾਏ ਹੈ ਨਹੀਂ। ਔਰ ਕਿਉਂਕਿ ਖੜਿਆ ਵੀ ਰਹੇ, ਜੇ ਯੂਨਿਟ ਖੜਾ ਵੀ ਰਹੇ ਤੇ ਉਹਦੇ ਬਾਵਜੂਦ ਵੀ ਤੁਹਾਨੂੰ ਜੇ ਪੈਸੇ ਦੇਣੇ ਪੈਣੇ ਆ। ਆਲਰੇਡੀ ਕਸਾਰਾ ਲੱਗਾ 3000 ਕਰੋੜ ਰੁਪਏ ਤੋਂ ਉੱਪਰ ਕੋਰਟਾਂ ਰਾਹੀਂ ਅਸੀਂ ਦੇ ਵੀ ਚੁੱਕੇ ਹਾਂ। 20-25 ਕਰੋੜ ਰੁਪਈਆ ਹੋਰ ਦੇਣਾ ਪਊਗਾ। ਉਹ ਯੂਨਿਟ ਵੇਚਣੇ ਵੀ ਲਾਏ ਆ, ਜਿੰਨਾ ਕੁ ਉਹਨਾਂ ਨੇ ਮਲਾਈ ਖਾਣੀ ਸੀ ਪ੍ਰਾਈਵੇਟ ਯੂਨਿਟਾਂ ਨੇ, ਉਹਨਾਂ ਨੇ ਥਰਮਲ ਪਲਾਂਟਾਂ ਨੇ ਉਹ ਖਾ ਵੀ ਚੁੱਕੇ ਆ। ਹੁਣ ਇਹਦੇ 'ਚੋਂ ਇਸ ਵੇਲੇ ਦੀ ਜਿਹੜੀ ਹਾਲਾਤ ਆ ਉਹ ਬਹੁਤ ਹੀ ਤਰਾਸਦੀ ਵਾਲੀ ਹਾਲਾਤ ਆ। ਤਰ੍ਹਾਂ ਹੋਈ ਪਿੰਡਾਂ 'ਚ ਝੋਨਾ ਵਾਹੁਣ ਦੇ ਆ ਗਿਆ, ਕਈਆਂ ਨੇ ਤਾਂ ਵਾਹ ਵੀ ਦਿੱਤੇ ਆ ਝੋਨਾ। ਜੇ 5-10 ਦਿਨ ਹੋਰ ਇਸੇ ਤਰ੍ਹਾਂ ਮੀਂਹ ਵੀ ਨਾ ਪਿਆ ਔਰ ਬਿਜਲੀ ਦੀ ਹਾਲਤ ਇਹ ਰਹੀ ਤਾਂ ਬਹੁਤ ਸਾਰਾ ਫਸਲ ਦਾ ਨੁਕਸਾਨ ਹੋ ਜਾਊਗਾ, ਜਿਹੜਾ ਬਾਅਦ ਵਿੱਚ ਪੂਰਾ ਨਹੀਂ ਹੋ ਸਕਦਾ। ਸਾਹਿਬ ਜੇ ਗੱਲ ਕਰੀਏ ਤਾਂ ਕੱਲ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਹੁੰਦੀ ਆ। ਭਗਵੰਤ ਮਾਨ ਕਹਿੰਦੇ ਨੇ ਕਿ ਸਾਡਾ ਪਹਿਲਾ ਮੁੱਦਾ ਹੀ ਇਹ ਰਹੇਗਾ, ਪਹਿਲੀ ਕੈਬਨਿਟ ਦੇ ਵਿੱਚ ਜਦੋਂ ਸਾਡੀ ਸਰਕਾਰ ਬਣਦੀ ਤਾਂ ਅਸੀਂ ਸਾਰੇ ਸਮਝੌਤੇ ਜਿਹੜੇ ਕਰੇ ਹੋਏ ਨੇ ਥਰਮਲਾਂ ਨਾਲ ਉਹ ਰੱਦ ਕਰ ਦਿਆਂਗੇ। ਤੁਹਾਨੂੰ ਦੱਸੋ, ਇਹ ਆਪੋਜੀਸ਼ਨ ਦੇ 4 ਸਾਲ ਅੰਦਰ ਬੈਠੇ ਰਹੇ, ਇਹਨਾਂ ਦੀ ਪਾਰਟੀ ਬੈਠੀ ਰਹੀ ਆ। ਪਾਰਟੀ ਨੂੰ ਹੀ ਨਹੀਂ ਪਹਿਲਾਂ ਤੇ ਇਕੱਠੇ ਰੱਖਿਆ, ਦੋ ਜਗ੍ਹਾ ਬੈਠੇ ਹੁੰਦੇ ਸੀ। ਕੁਛ ਖਹਿਰੇ ਹੋਣੀ ਦੂਜੇ ਪਾਸੇ ਬੈਠੇ ਹੁੰਦੇ ਸੀਗੇ ਔਰ ਇਹਨਾਂ ਦੇ ਦੂਸਰੇ ਚੀਮੇ ਹੋਣੀ ਦੂਜੇ ਪਾਸੇ ਬੈਠੇ ਹੁੰਦੇ ਸੀ। ਪਹਿਲੀ ਗੱਲ ਤੇ ਦੂਜਾ ਜਿਹੜਾ ਇਹਨਾਂ ਨੇ ਗਿੱਦੜ ਸਿੰਘੀ 'ਚ ਹੁਣ ਅਗਲੀ ਵਾਰ ਨੂੰ ਦੇਣੀ ਆ, ਹੁਣੇ ਕਿਉਂ ਨਹੀਂ ਉੱਥੇ ਅਸੈਂਬਲੀ ਦੇ ਅੰਦਰ ਇਹਨਾਂ ਨੇ ਕਿਹਾ ਜੀ ਇਹ ਗੱਲ ਇੰਝ ਹੋਣੀ ਚਾਹੀਦੀ, ਨਹੀਂ ਤੇ ਅਸੀਂ ਇੱਥੇ ਬੈਠੇ ਆ, ਸਮਝੌਤੇ ਰੱਦ ਕਰੋ। ਔਰ ਇਸ ਨੂੰ ਉਹ ਜਿਹੜੀ ਰੂਲਿੰਗ ਕਾਂਗਰਸ ਹੈ ਉਹ ਕਹਿ ਰਹੀ ਇਹਨੂੰ ਰੱਦ ਇਸ ਕਰਕੇ ਨਹੀਂ ਕੀਤਾ ਜਾ ਸਕਦਾ। ਸਮਝੌਤੇ ਇਸ ਢੰਗ ਨਾਲ ਕੀਤੇ ਗਏ ਕਿ ਅਸੀਂ ਕੋਰਟਾਂ ਵਿੱਚ ਵੀ ਕੇਸ ਹਾਰ ਕੇ ਆ ਗਏ। ਉਹ ਜਾਣ ਕੇ ਹਾਰੇ ਆ ਜਾਂ ਕਿੱਦਾਂ ਹਾਰੇ, ਇਹ ਤੇ ਰੱਬ ਜਾਣੇ, ਹੁਣ ਇਹ ਤੇ ਨੰਦਾ ਜਾਣੇ ਜਾਂ ਇਹਨਾਂ ਦੀ ਸਰਕਾਰ ਜਾਣੇ, ਪਰ ਇਹ ਹਾਰ ਕੇ ਆਏ ਆ। ਉਹ ਕਹਿੰਦੇ ਅਸੀਂ ਇਸ ਨੂੰ ਰੱਦ ਨਹੀਂ ਕਰ ਸਕਦੇ ਕਿਉਂਕਿ ਅਸੀਂ ਬਾਉਂਡ ਹੈਗੇ। ਪਰ ਜੇ ਕਰ ਨਹੀਂ ਸਕਦੇ ਫਿਰ ਸਰਵਉੱਚਤਮ ਤੇ ਅਸੈਂਬਲੀ ਹੈਗੀ ਹੈ ਨਾ, ਇਹ ਰਾਹ ਦਿਖਾਉਣ ਭਗਵੰਤ ਮਾਨ ਨੂੰ, ਨਹੀਂ ਉਹਨਾਂ ਨੂੰ ਰਾਹ ਦਿਖਾਉਣ ਕਿ ਇਸ ਤਰੀਕੇ ਨਾਲ ਜੇ ਅਸੀਂ ਅਗਲੀ ਵਾਰ ਨੂੰ ਰੱਦ ਕਰ ਸਕਦੇ ਹਾਂ, ਇਹਨਾਂ ਨੂੰ ਹੁਣੇ ਇਸ ਵੇਲੇ ਇਸ ਢੰਗ ਨਾਲ ਇਹ ਰੱਦ ਕਰਨੇ ਚਾਹੀਦੇ। ਉਹ ਗਲਤੀ ਕਿਤੇ ਸਾਨੂੰ ਸੁਣਨ ਨੂੰ ਮਿਲਦੀ ਨਹੀਂ। ਪਿਛਲੀ ਵਾਰੀ ਕਾਂਗਰਸ ਰਾਜ ਵਿੱਚ ਆ ਗਈ, ਸੱਤਾ ਵਿੱਚ ਆ ਗਈ, ਇਹ ਕਹਿ ਕੇ ਕਿ ਨਸ਼ੇ ਖਤਮ ਕਰਾਂਗੇ, ਆਹ ਕਰਾਂਗੇ ਔਰ ਇਹ ਸਮਝੌਤੇ ਰੱਦ ਕਰਾਂਗੇ ਕਹਿ ਕੇ ਆਈ ਹੈ। ਹੁਣ ਅਸੀਂ ਦੁਬਾਰਾ ਫਿਰ ਇਹਨਾਂ ਨੂੰ ਵੋਟਾਂ ਪਾ ਦਈਏ, ਹੁਣ ਇਹ ਕਹਿ ਕੇ ਫਿਰ 5 ਸਾਲਾਂ ਬਾਅਦ 4.5 ਸਾਲਾਂ ਬਾਅਦ ਉਦੋਂ ਬਾਅਦ ਇਹ 6 ਮਹੀਨਿਆਂ ਬਾਅਦ ਕਹਿਣਗੇ ਦੇਖੋ ਜੀ ਇਹ ਹੋ ਤੇ ਸਕਦੇ ਨਹੀਂ, ਅਸੀਂ ਵਾਅਦਾ ਤੁਹਾਡੇ ਨਾਲ ਕੀਤਾ ਸੀ, ਆਪਾਂ ਕੋਲ ਹੋਰ ਕੁਝ ਕਰਾ ਲਓ, ਹੋਰ 4 ਯੂਨਿਟ ਲਾ ਦਿੰਦੇ ਆ ਬਿਜਲੀ ਦੇ ਥਰਮਲ ਦੇ, ਪਰ ਇਹ ਤੇ ਨਹੀਂ ਰੱਦ ਹੋ ਸਕਦੇ। ਇਸ ਲਈ ਤੁਸੀਂ ਹਰ ਬੰਦਾ ਇੱਥੇ ਰਾਜਨੀਤੀ ਨੂੰ ਜ਼ਿਆਦਾ ਸਮਰਪਿਤ ਆ, ਲੋਕ ਹਿੱਤਾਂ ਨੂੰ, ਲੋਕ ਮੁੱਦਿਆਂ ਨੂੰ, ਇਨਸਾਫ ਨੂੰ ਘੱਟ ਸਮਰਪਿਤ ਹੈ। ਜੇ ਗੱਲ ਕਰੀਏ ਪ੍ਰੋਫੈਸਰ ਸਾਹਿਬ, ਉਹ ਕਹਿੰਦੇ ਨੇ ਕਿ ਅਸੀਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਕਿਸਾਨ ਹਤੈਸ਼ੀਆਂ ਇੱਕੋ ਮੁੱਖ ਮੰਤਰੀ ਆ ਦਿੱਲੀ ਦਾ ਜਿਹੜਾ ਕੇਜਰੀਵਾਲ ਆ, ਉਹ ਪੰਜਾਬ ਦਾ ਭਲਾ ਕਰ ਸਕਦਾ। ਇੱਕੋ ਮੁੱਖ ਮੰਤਰੀ ਆ ਜਿਹੜਾ ਕਿਸਾਨਾਂ ਦੇ ਧਰਨੇ ਦੇ ਵਿੱਚ ਜਾ ਕੇ ਬੈਠਾ, ਪ੍ਰੋਟੈਸਟ ਦੇ ਵਿੱਚ ਜਾ ਕੇ ਬੈਠਾ। ਕਿਵੇਂ ਦੇਖਦੇ ਹੋ ਫਿਰ? ਯਾਰ ਕੀ ਦੇਖਦੇ ਆ, ਬੜਾ ਸਾਫ਼ ਆ ਇਸ ਵੇਲੇ 10,500 ਕਰੋੜ ਦੀ ਸਬਸਿਡੀ ਅਸੀਂ ਦੇ ਰਹੇ ਹਾਂ। ਕਿੱਡੀ ਕੁ ਸਟੇਟ ਹੈ ਸਾਡੀ, ਹੋਰ ਕੀ ਦੇ ਦੇਣਗੇ? ਹੁਣ ਵੀ 200 ਯੂਨਿਟ SC ਨੂੰ, OBC ਨੂੰ, ਹੋਰਨਾਂ ਨੂੰ ਦਿੱਤੇ ਜਾ ਰਹੇ ਆ ਔਰ ਫ੍ਰੀ ਦਿੱਤੇ ਜਾ ਰਹੇ। ਇੰਨਾ ਵਾਂਗੂ ਨਹੀਂ ਜਿਹੜਾ ਦਿੱਲੀ 'ਚ ਦੇ ਰਹੇ ਆ। ਦਿੱਲੀ ਨਾਲੋਂ ਜਿਹੜੀ ਪਰ ਹੈਡ ਸਬਸਿਡੀ 2.5 ਗੁਣਾ ਅਸੀਂ ਪੰਜਾਬ 'ਚ ਦੇ ਰਹੇ ਹਾਂ ਪਰ ਹੈਡ। ਫਿਰ ਹੋਰ ਕਿੰਨੀ ਕੁ ਸਬਸਿਡੀ ਦੇਣੀ ਆ? ਫਿਰ ਤੇ ਤੁਸੀਂ ਮੁਫਤ ਦੇ ਦਿਓ ਸਾਰੀ ਬਿਜਲੀ ਜਿਹੜੀ ਸਾਰਿਆਂ ਨੂੰ ਦੇਣੀ ਆ। ਇੱਥੇ ਇੰਡਸਟਰੀ ਨੂੰ ਦਿੱਤੀ ਜਾ ਰਹੀ ਹੈ ਸਬਸਿਡੀ ਜਿੰਨੀ ਕੁ ਵੀ ਹੈ। ਜਿਹੜੇ ਓਪਨ ਹੈਗੇ ਉਹ ਰੇਟ ਬਹੁਤ ਜ਼ਿਆਦਾ ਹੈ, ਜਿਹੜੇ ਜਿਨ੍ਹਾਂ ਨੂੰ ਸਪਲਾਈ ਕੀਤੀ ਜਾ ਰਹੀ ਜਿਹੜੀ ਬਿਨਾਂ ਸਬਸਿਡੀ ਤੋਂ ਆ, ਕਿਉਂਕਿ ਇਹਨਾਂ ਦਾ ਬੋਝ ਜਿਨ੍ਹਾਂ ਨੂੰ ਸਬਸਿਡੀ ਦਿੰਦੀ ਉਹ ਦੂਜਿਆਂ 'ਤੇ ਪੈਂਦਾ। ਉਹ 10 ਤੋਂ 12 ਰੁਪਏ ਪਰ ਯੂਨਿਟ ਬਹੁਤ ਜ਼ਿਆਦਾ ਰੇਟ ਹੈਗਾ। ਇੰਨਾ ਕੁ ਰੇਟ 9-10 ਰੁਪਏ 9 ਰੁਪਏ 80 ਪੈਸੇ ਮੈਂ ਦੇਖ ਰਿਹਾ ਸੀਗਾ, ਉਹ ਇਹਨਾਂ ਦਾ ਵੀ ਉੱਥੇ ਦਿੱਲੀ ਦੇ ਵਿੱਚ ਹੈਗਾ ਇੰਡਸਟਰੀ ਲਈ। ਜਿਹੜੀ ਕੇਜਰੀਵਾਲ ਦਾ ਆਪਾਂ ਗੱਲਾਂ ਕੁਝ ਹੋਰ ਕਰਦੇ ਹਾਂ, ਅਸਲ ਵਿੱਚ ਜਿਹੜਾ ਸਾਡੀ ਅਸਲੀਅਤ ਕੁਝ ਹੋ ਰਿਹਾ। 300 ਯੂਨਿਟ ਇੱਥੇ ਕਹਿ ਰਹੇ ਅਸੀਂ ਦੇਵਾਂਗੇ, ਪਰ ਜੇ 301 ਯੂਨਿਟ ਹੋ ਜਾਊਗਾ ਉਹਦਾ ਕਹਿੰਦੇ ਅਸੀਂ ਪੂਰੇ 301 ਯੂਨਿਟ ਦੇ ਪੈਸੇ ਲਾਵਾਂਗੇ। ਪੰਜਾਬ 'ਚ ਤਾਂ ਇਹ ਨਹੀਂ ਹੈ। ਪੰਜਾਬ 'ਤੇ ਇਹ ਹੈ ਕਿ SC ਨੂੰ 200 ਯੂਨਿਟ ਤੱਕ ਫ੍ਰੀ ਹੈ। ਜੇ 200 ਉਹਨੇ ਹੋਰ ਖਰਚਣਾ ਉੱਤੇ, ਕਿਸੇ ਦੀ ਲੋੜ ਜ਼ਿਆਦਾ ਆ ਤਾਂ ਉਹ 200 ਦਾ ਖਰਚਾ ਪਊਗਾ, 200 ਉਹਨੂੰ ਫ੍ਰੀ ਮਿਲ ਗਿਆ, 200 ਤੱਕ ਉਹਨੂੰ ਕੋਈ ਪੈਸਾ ਨਹੀਂ ਲਊ। ਇਹ ਕਿਹੜੀਆਂ ਗੱਲਾਂ ਕਰਦੇ ਆ ਲੋਕਾਂ ਦਾ? ਮਤਲਬ ਮੈਨੂੰ ਲੱਗਦਾ ਭਾਵੇਂ ਉਹ ਪਾਰਟੀਆਂ ਕੋਈ ਵੀ ਆ, ਅਕਾਲੀ ਦਲ ਦੇਖ ਲਓ ਤੁਸੀਂ, ਆਮ ਆਦਮੀ ਪਾਰਟੀ ਦੇਖ ਲਓ, ਇਹਨਾਂ ਨੂੰ ਦੇਖ ਲਓ, ਜ਼ਿਆਦਾ ਬੇਵਕੂਫ ਬਣਾਉਣ ਵੱਲ ਚੱਲੇ ਆ। ਅਸਲ ਵਿੱਚ ਲੋਕਾਂ ਨੂੰ ਕਿੱਥੋਂ ਕੀ ਦਰਦ ਹੈਗਾ, ਉਸ ਦੇ ਉੱਤੇ ਕੋਈ ਰਾਹਤ ਕਿਵੇਂ ਪਹੁੰਚਾਉਣੀ ਆ, ਉਹਦੀ ਕੋਈ ਪਲੈਨਿੰਗ ਮੈਨੂੰ ਨਜ਼ਰ ਆਉਂਦੀ ਨਹੀਂ। ਇਹੀ ਕੇਜਰੀਵਾਲ ਮਜੀਠੀਆ ਨੂੰ ਅੰਦਰ ਸੁੱਟਣਾ ਸੀ,
ਉਹਦੇ ਮੁੜ ਕੇ ਮਾਫੀ ਵੀ ਮੰਗ ਕੇ ਗਏ ਨਾ। ਨਸ਼ਿਆਂ ਨੂੰ ਖਤਮ ਕਰਨਾ ਸੀ, ਹੁਣ ਉਹ ਗੱਲ ਕਿੱਥੇ? ਹੁਣ ਬਿਜਲੀ ਆ ਗਈ, ਕਿਉਂਕਿ ਇਸ ਵੇਲੇ ਬਿਜਲੀ ਹੈ, ਕਿਉਂਕਿ ਗਾਂ ਬਿਜਲੀ ਦੀ ਬੜੀ ਕਿੱਲਤ ਆ, ਇਸ ਕਰਕੇ ਹੁਣ ਬਿਜਲੀ ਦਾ ਕਰ ਦਿਓ ਇੱਕ ਪ੍ਰੈਸ ਕਾਨਫਰੰਸ ਹੋਰ ਹੋ ਜੂਗੀ, ਉਹਦੇ ਵਿੱਚ ਫਿਰ ਨਸ਼ਿਆਂ ਦਾ ਵੀ ਆ ਜੂਗਾ ਵੀ ਅਸੀਂ 3 ਮਹੀਨਿਆਂ ਦੇ ਅੰਦਰ ਅੰਦਰ ਸਾਰਾ ਨਸ਼ਾ ਖਤਮ ਕਰ ਦਾਂਗੇ। ਇਹ ਵਾਅਦੇ ਪਾਰਟੀਆਂ ਨੇ ਲਗਾਤਾਰ ਕਰ ਕਰਕੇ ਪੰਜਾਬੀਆਂ ਨੂੰ ਥਕਾ ਦਿੱਤਾ। ਮੈਨੂੰ ਕੋਈ ਵੀ ਉਮੀਦ ਜ਼ਿਆਦਾ ਇਹਨਾਂ ਪਾਰਟੀਆਂ ਤੋਂ ਘੱਟੋ ਘੱਟ ਨਹੀਂ ਲੱਗਦੀ। ਜਿਹੜੀ ਕੋਈ ਥੱਲੇ ਲੋਕ ਮੂਵਮੈਂਟ ਚੱਲੀ ਹੋਈ ਹੈ ਉਹਨਾਂ ਤੋਂ ਮੈਨੂੰ ਅਜੇ ਵੀ ਮਾੜੀ ਮੋਟੀ ਉਮੀਦ ਜ਼ਰੂਰ ਹੈਗੀ ਹੈ। ਲਹਿਰਾਂ ਬੜੀਆਂ ਖੜੀਆਂ ਹੁੰਦੀਆਂ ਨੇ। ਲਹਿਰਾਂ ਜੇ ਆਪਾਂ ਗੱਲ ਕਰੀਏ ਤਾਂ 1984 ਦੇ ਵਿੱਚ ਬੜੀ ਵੱਡੀ ਲਹਿਰ ਖੜੀ ਹੋਈ, ਉਸ ਤੋਂ ਪਹਿਲਾਂ ਵੀ ਲਹਿਰਾਂ ਬੜੀਆਂ ਖੜੀਆਂ ਹੋਈਆਂ। 1947 ਦੀ ਗੱਲ ਕਰੀਏ, 1857 ਦੇ ਵਿਦਰੋਹ ਦੀ ਗੱਲ ਕਰੀਏ, ਆਖਰ ਲਹਿਰਾਂ ਨੂੰ ਦਬਾਇਆ ਕਿਉਂ ਜਾਂਦਾ? ਦਬ ਕਿਉਂ ਜਾਂਦੀਆਂ ਲਹਿਰਾਂ ਖੜੀਆਂ ਹੋ ਕੇ ਇੱਕਦਮ? ਕਿੱਥੇ ਦਬਦੀਆਂ? ਜੇ 1857 ਹੋਇਆ, ਤੁਹਾਡਾ ਕੀ ਖਿਆਲ ਆ ਉਹਦਾ ਗਦਰਾਈਟਾਂ ਦੇ ਉੱਤੇ ਅਸਰ ਨਹੀਂ ਸੀਗਾ? ਸਾਰਾ ਕੁਝ ਜਿਹੜਾ ਹੈ, ਇਹ ਚੀਜ਼ਾਂ ਜਿਹੜੀਆਂ ਦਬਦੀਆਂ ਦਾ ਮਤਲਬ ਠੀਕ ਹੈ, ਜੋ ਲਕਸ਼ ਲੈ ਕੇ ਚੱਲਿਓ ਲਕਸ਼ ਪੂਰਾ ਨਹੀਂ ਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਲੋਕਾਂ 'ਚ ਕੋਈ ਚੇਤਨਾ, ਲੋਕਾਂ 'ਚ ਕੋਈ ਇਤਿਹਾਸ ਨਹੀਂ ਰਚਿਆ ਜਾਂਦਾ। ਤੁਸੀਂ ਕਾਮਯਾਬੀ ਜਿਹੜੀ ਉਸ ਟਰਮਸ 'ਚ ਨਾ ਦੇਖੋ ਕਿ ਜੇ ਹੁਣ ਸ਼ਹੀਦ ਭਗਤ ਸਿੰਘ ਨੇ ਜਾਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਉਦੋਂ ਬਾਅਦ ਸ਼ਹੀਦ ਭਗਤ ਸਿੰਘ ਉਹਨਾਂ ਨੇ ਆਪਣਾ ਕਸਮ ਖਾ ਕੇ ਫਾਂਸੀਆਂ ਦੇ ਰੱਸੇ ਚੁੰਮੇ ਆ, ਔਰ ਅਸੀਂ ਕਹੀਏ ਵੀ ਉਹਨਾਂ ਕੋਲ ਆਜ਼ਾਦੀ ਤਾਂ ਲਈ ਨਹੀਂ ਗਈ, ਹੋਏ ਤੇ ਫੇਲ ਹੀ ਹੋ। ਇਸ ਤਰ੍ਹਾਂ ਨਹੀਂ ਹੈਗਾ, ਇਹ ਕੰਟੀਨਿਊਟੀ ਹੈ। ਸਾਰੀਆਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅਲਟੀਮੇਟਲੀ ਜਿਹੜੀ ਆ ਸਾਨੂੰ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਇਹ ਆਜ਼ਾਦੀ ਦਾ ਮਾਮਲਾ ਜਿਹੜਾ ਲਗਾਤਾਰ ਮੂਵਮੈਂਟਾਂ, ਕੁਰਬਾਨੀਆਂ, ਸ਼ਹੀਦੀਆਂ ਉਹਦੇ ਕਰਕੇ ਹੈ, ਹੁਣ ਵੀ ਦੇਸ਼ ਦੇ ਅੰਦਰ ਜਿਹੜੀ ਵੱਡੀ ਮੂਵਮੈਂਟ ਖਾਸ ਕਰ ਕਿਸਾਨਾਂ, ਮਜ਼ਦੂਰਾਂ ਤੇ ਜਿਹੜੀ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਮੂਵਮੈਂਟ ਚੱਲ ਰਹੀ, ਦਿੱਲੀ ਨੂੰ ਘੇਰੇ ਵਾਲੀ ਮੂਵਮੈਂਟ ਚੱਲ ਰਹੀ ਆ, ਉਹ ਬਹੁਤ ਵੱਡੀ ਮੂਵਮੈਂਟ ਆ, ਔਰ ਜੋ ਜਾਗਰਤੀ ਔਰ ਹਿੰਮਤ ਲੋਕਾਂ 'ਚੋਂ ਪੈਦਾ ਕਰ ਰਹੀ ਹੈ, ਉਹਦੇ ਰੰਗ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਜਨੀਤਿਕ ਲੋਕਾਂ ਨੂੰ ਸੁਧਾਰਨ ਦੇ ਵਿੱਚ ਵੀ ਸਾਫ਼-ਸਾਫ਼ ਨਜ਼ਰ ਆਉਣਗੇ। ਕਿਉਂਕਿ ਅੱਜ ਦੇਖੋ ਰਾਜੇਵਾਲ ਹੁਣੇ ਪ੍ਰੈਸ ਕਾਨਫਰੰਸ ਕਰਕੇ ਹਟੇ ਆ, ਉਹਨਾਂ ਨੇ ਕੀ ਕਿਹਾ ਕਿ ਜਾਂ ਤੇ ਕਿਸਾਨਾਂ ਦੇ ਹਿੱਤ ਵਿੱਚ ਖੜੇ ਹੋ ਜਾਓ, ਹੱਕ 'ਚ ਖੜੇ ਹੋ ਜਾਓ। ਅਸੀਂ ਪਾਰਲੀਮੈਂਟ ਨੂੰ ਇਹ ਇੰਸਟਰਕਸ਼ਨਾਂ ਦੇ ਰਹੇ ਆ, ਕੱਲੇ ਐਮਪੀ ਨੂੰ, ਭਾਵੇਂ ਰਾਜ ਸਭਾ ਦਾ ਮੈਂਬਰ, ਭਾਵੇਂ ਲੋਕ ਸਭਾ ਦਾ ਮੈਂਬਰ, ਉਹਨੂੰ ਚੇਤਾਵਨੀ ਦੇ ਰਹੇ ਆ ਕਿ ਜਾਂ ਤੇ ਕਿਸਾਨਾਂ ਦੇ ਹੱਕ 'ਚ ਖੜੇ ਹੋ, ਫਿਰ ਅਸੀਂ, ਨਹੀਂ ਤੇ ਸਾਡੇ ਝੰਡੇ ਖੜੇ ਆ, ਅਸੀਂ ਤੁਹਾਨੂੰ ਜੋ ਬੀਜੇਪੀ ਨਾਲ ਅੱਜ ਕਰ ਰਹੇ ਆ, ਅਸੀਂ ਬਾਕੀ ਵਿਰੋਧੀ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਕੇ ਲਾਰੇ ਲਾ ਕੇ ਬਾਅਦ 'ਚ ਕੁਝ ਨਹੀਂ ਕਰਦੀਆਂ, ਅਸੀਂ ਉਹਨਾਂ ਨਾਲ ਵੀ ਸਾਡਾ ਵਤੀਰਾ ਉਹੀ ਹੋਊਗਾ। ਇੱਕ ਬੀਜੇਪੀ ਦਾ ਜਿਹੜਾ ਬੈਰੀਗੇਟਾਂ ਦੇ ਉੱਪਰ ਚੜ੍ਹਨਾ, ਬੈਰੀਗੇਟਾਂ ਨੂੰ ਤੋੜਨਾ ਕਿਹਾ ਗਿਆ, ਅਸੀਂ ਨਸ਼ਿਆਂ ਦੇ ਖਿਲਾਫ ਆਏ ਆ, ਤੇ ਉਸ ਦੇ ਵਿੱਚੋਂ ਇੱਕ ਨੌਜਵਾਨ ਬਿਆਨ ਦੇ ਰਿਹਾ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉਠਾਉਂਦੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਕਾਮਰੇਡ। ਉਹਦਾ ਇਹ ਲਫ਼ਜ਼ ਸੀਗੇ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉਠਾਉਂਦੇ ਜਿਹੜੇ ਬਾਰਡਰਾਂ ਦੇ ਕਾਮਰੇਡ ਬੈਠੇ ਨੇ। ਫਿਰ ਉਹਨਾਂ ਬਾਰੇ ਕੀ ਕਹੋਗੇ ਜਿਹੜੇ ਇਹ ਜਿਹੀਆਂ ਹਰਕਤਾਂ ਕਰਦੇ ਨੇ? ਦੇਖੋ, ਅਫਸੋਸ ਵਾਲੀ ਗੱਲ ਆ ਕਿ ਬੀਜੇਪੀ ਨੇ ਕੁਝ ਸਟੈਂਡ ਇਹੋ ਜਿਹਾ ਲੈ ਲਿਆ ਕਿ ਜਿਹੜਾ ਕਿਸਾਨ ਮਾਰੂ ਸਟੈਂਡ ਆ ਤੇ ਪ੍ਰੋ ਕਾਰਪੋਰੇਟ ਸਟੈਂਡ ਆ, ਆਪਾਂ ਨੂੰ ਜੱਗ ਜਾ ਰਿਹਾ, ਬਾਰ-ਬਾਰ ਕਰਨ ਦੀ ਲੋੜ ਨਹੀਂ। ਹੁਣ ਉਹ ਹਿੱਸੇ ਹੋਏ ਗੱਲ ਪੈਂਦੇ ਆ, ਪਰ ਇਹਦਾ ਅਸਰ ਇਹ ਹੋਇਆ, ਤੁਸੀਂ ਕਹਿੰਦੇ ਨਾ ਅਸਰ ਕੀ ਹੁੰਦਾ। ਬੀਜੇਪੀ ਪੰਜਾਬ ਦੀ ਵਰਟੀਕਲੀ ਸਪਲਿਟ ਹੈਗੀ ਆ। ਕਿੰਨੇ ਬਿਆਨ ਜਿਹੜੇ ਆ ਉਹ ਅਨਿਲ ਜੋਸ਼ੀ, ਹੋਰ ਸਾਰੇ ਉਹਨਾਂ ਦੇ, ਮਦਨ ਮੋਹਨ ਮਿੱਤਲ ਜਾਂ ਹੋਰ ਸਾਰੇ ਕੀ ਬਿਆਨ ਦੇ ਰਹੇ ਆ? ਉਹ ਖੁਦ ਕਿਸਾਨਾਂ ਨਾਲ ਆ ਕੇ ਖੜੇ ਹੋ ਗਏ। ਕੁਝ ਟਿਕਟਾਂ ਅਕਾਲੀ ਦਲ ਤੋਂ ਵੀ ਉਮੀਦ ਰੱਖ ਰਹੇ ਆ। ਮੈਨੂੰ ਕੁੱਲ ਮਿਲਾ ਕੇ ਮੈਨੂੰ ਐਂ ਲੱਗਦਾ ਕਿ ਈਵਨ ਦਿੱਲੀ ਵਾਲੀ ਜਿਹੜੀ ਮੇਨ ਉਹਨਾਂ ਦੀ ਨੈਸ਼ਨਲ ਪਾਰਟੀ ਹੈ, ਜਿਹਦੇ ਇਸ ਵੇਲੇ ਪ੍ਰਧਾਨ ਮੰਤਰੀ ਉਸ ਪਾਰਟੀ ਦੇ ਉਹਨਾਂ ਦੇ ਵਿੱਚੋਂ ਮੋਦੀ ਜੀ ਹੈਗੇ, ਉੱਥੇ ਵੀ ਬਥੇਰੀ ਅੰਦਰੋਂ ਅੰਦਰੀ ਭੰਗ ਪੁੱਜ ਰਹੀ ਹੈ। ਇਹ ਜੋ ਕਿਸਾਨਾਂ ਨੇ ਆਪਣੇ ਏਜੰਡਿਆਂ ਦੇ ਰਾਹੀਂ ਜਾਗਰਤੀ ਪੈਦਾ ਕੀਤੀ ਔਰ ਲੋਕਾਂ ਦੇ ਵਿੱਚ ਇੱਕ ਮੋਮੈਂਟਮ ਬਣਾਇਆ ਕਿ ਅਸੀਂ ਹਰ ਉਸ ਬੰਦੇ ਨੂੰ, ਸ਼ਖਸ ਨੂੰ ਜਾਂ ਪਾਰਟੀ ਨੂੰ ਸੁੱਕਾ ਨਹੀਂ ਜਾਣ ਦਿਆਂਗੇ ਜਿਹੜਾ ਸਾਡੀ ਗੱਲ ਨਹੀਂ ਸੁਣੂਗਾ। ਉਸ ਨੇ ਅੰਦਰ ਕਾਫੀ ਖਲਲ ਮਚਾਇਆ ਹੋਇਆ ਔਰ ਉਹਦਾ ਅਸਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਦਿਖੂਗਾ। ਪ੍ਰੋਫੈਸਰ ਸਾਹਿਬ, ਜੇ ਗੱਲ ਕਰੀਏ ਤਾਂ ਪੰਜਾਬ ਨੂੰ ਲੈ ਕੇ ਇੱਕ ਬੜੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ। ਪੰਜਾਬ ਨੇ ਬੜੇ ਪੀਰ ਪੈਗੰਬਰ ਪੈਦਾ ਕਰੇ, ਬੜੇ ਯੋਧੇ ਪੈਦਾ ਕਰੇ। ਜੇ ਗੱਲ ਕਰੀਏ ਤਾਂ ਅੱਜ ਪੰਜਾਬ ਨੂੰ ਫੇਰ ਟਾਰਗੇਟ ਕਰਿਆ ਜਾ ਰਿਹਾ ਹੈਗਾ। ਇਹ ਆਖਰ ਕਿਉਂ ਹੁੰਦਾ? ਪੰਜਾਬ ਦੇ ਉੱਪਰ ਹਮਲੇ ਕਿਉਂ ਹੁੰਦੇ ਨੇ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਉਸ ਤਰੀਕੇ ਨਾਲ ਕੋਈ ਕਿਸੇ ਦੀ ਹਿੰਮਤ ਆ ਟਾਰਗੇਟ ਕਰਨ ਦੀ। ਇਹ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਲੜਾਕੂ ਤੇ ਜੁਝਾਰੂ ਤੇ ਇਨਸਾਫ ਪਸੰਦ ਹੋਣ ਕਰਕੇ ਜਦੋਂ ਲੀਡ ਕਰਦੇ ਆ ਤੇ ਇਹ ਦਿਖਦੇ ਆ, ਤੇ ਸਾਨੂੰ ਐਉਂ ਕਈ ਵਾਰੀ ਹੋ ਸਕਦਾ ਅਹਿਸਾਸ ਹੁੰਦਾ ਹੋਵੇ ਕਿ ਸਾਡੇ ਤੇ ਅਟੈਕ ਆ, ਅਸੀਂ ਜਾ ਕੇ ਦਿੱਲੀ ਦੇ ਉੱਤੇ ਹਮਲਾ ਕਰਕੇ ਬੈਠੇ ਆ, ਸਾਡੇ ਤੇ ਅਟੈਕ ਨਹੀਂ ਆ, ਅਸੀਂ ਤੇ ਘਰੇ ਬੈਠੇ ਰਹਿੰਦੇ ਚੁੱਪ ਕਰਕੇ, ਬਾਕੀ ਅੰਗੇ ਤੇ ਬੈਠੇ ਰਹਿੰਦੇ। ਇਸ ਕਰਕੇ ਅਸੀਂ, ਕਿਉਂਕਿ ਇਨਸਾਫ ਪਸੰਦ ਲੋਕ ਹੈਗੇ ਆ, ਆਪਣਾ ਜੁਝਾਰੂ ਹੈਗੇ ਆ, ਲੜਾਕੂ ਹੈਗੇ ਆ, ਕੁਰਬਾਨੀ ਵਾਲੇ ਹੈਗੇ ਆ, ਹਰ ਕਿਸਮ ਦੀ ਕੁਰਬਾਨੀ
ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਜਿਹੜੀ ਕੁਰਬਾਨੀ ਤੋਂ ਲੈ ਕੇ ਆਪਣੇ ਸਰੀਰ ਦੀ ਕੁਰਬਾਨੀ ਦੇਣੀ, ਕਿੰਨੇ ਜਿਹੜੇ ਕਿਸਾਨ ਹੁਣ ਸ਼ਹੀਦ ਹੋਏ ਆ, ਉਸ ਕਰਕੇ ਉਹ ਟਾਰਗੇਟ ਤੇ ਆਉਂਦੇ ਆ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਚੁੱਪ ਕਰਾਇਆ ਜਾਏ। ਇਹ ਸਭ ਤੋਂ ਜ਼ਿਆਦਾ ਭੁੜਕਦੇ ਆ, ਇਹ ਹਮੇਸ਼ਾ ਕੋਈ ਨਾ ਕੋਈ ਲੀਡਿੰਗ ਰੋਲ ਰਹਿੰਦੇ, ਉਸ ਕਰਕੇ ਤੇ ਟਾਰਗੇਟ ਤੇ ਆਉਂਦੇ ਆ। ਪਰ ਇਹਦਾ ਮਤਲਬ ਦੂਜਾ ਨਹੀਂ ਕੱਢਣਾ ਚਾਹੀਦਾ ਕਿ ਇਹਨਾਂ ਨੂੰ ਕਮਜ਼ੋਰ ਸਮਝ ਕੇ ਜਾਂ ਉਹ ਇਹਨਾਂ ਨੂੰ ਕਾਰਨਰ ਕਰਦੇ ਆ। ਰਾਦਰ ਉਹ ਸਮਝਦੇ ਆ, ਦਿੱਲੀ ਦੇ ਵਿੱਚ ਵੀ ਬਹੁਤ ਸਾਰੀ ਇਹ ਪਲੈਨਿੰਗ ਸਮਝਦੇ ਕਿ ਬਾਰਡਰ ਸਟੇਟ ਹੈਗੀ ਆ, ਬਾਰਡਰ ਸਟੇਟ ਕਰਕੇ, ਔਰ ਦੂਸਰਾ ਜੋ ਇਹਨਾਂ ਦਾ ਵਿਰਸਾ ਆ ਕਿ ਲੜਨਾ, ਸੜਕਾਂ ਦੇ ਉੱਤੇ ਵੀ ਲੜਨਾ, ਹਰ ਪਾਰਲੀਮੈਂਟ ਦੇ ਅੰਦਰ ਵੀ ਲੜਨਾ, ਕੋਰਟ ਕਚਹਿਰੀਆਂ 'ਚ ਵੀ ਲੜਨਾ ਤੇ ਸਿੱਧੇ ਤੌਰ ਤੇ ਵੀ ਲੜਾਈ ਕਰਨੀ, ਇਹ ਫਾਂਸੀਆਂ ਦੇ ਰੱਸੇ ਵੀ ਚੁੰਮਣੇ ਪੈਣ। ਉਸ ਕਰਕੇ ਇਸ ਤੋਂ ਉਹਨਾਂ ਨੂੰ ਇੱਕ ਭੈ ਤੇ ਡਰ ਤੇ ਰਹਿੰਦਾ ਆ। ਉਹ ਚਾਹੁੰਦੇ ਤੇ ਕੋਸ਼ਿਸ਼ ਤੇ ਕਰਦੇ ਰਹਿੰਦੇ ਆ ਦਿੱਲੀ ਦੀ ਸੱਤਾ ਜਿਹੜੀ ਆ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਦਰਕਨਾਰ ਕਰਕੇ ਰੱਖਿਆ ਜਾਏ, ਥੋੜ੍ਹੇ ਜਿਹੇ ਖੰਭ ਇਹਨਾਂ ਦੇ ਕੱਟ ਕੇ ਰੱਖੇ ਜਾਣ। ਪਰ ਉਹ ਜਿੰਨਾ ਕੱਟਣ ਦੀ ਕੋਸ਼ਿਸ਼ ਕਰਦੇ ਆ ਉਨੇ ਖੰਭ ਜ਼ਿਆਦਾ ਹੋਰ ਸੰਘਣੇ ਤੇ ਵੱਡੇ ਉੱਗ ਆਉਂਦੇ। ਜੇ ਗੱਲ ਕਰੀਏ ਤਾਂ ਪਿਛਲਾ ਮਹੀਨਾ ਜੂਨ ਮਹੀਨਾ ਲੰਘ ਕੇ ਗਿਆ, ਉਸ ਮਹੀਨੇ ਦਾ 37 ਸਾਲ ਦਾ ਪਿਛਲਾ ਵਰ੍ਹਾ ਦੇਖੀਏ, ਜੂਨ 1984, ਉਦੋਂ ਸੰਤਾਂ ਦੀਆਂ ਕਈਆਂ ਗੱਲਾਂ ਯਾਦ ਆ ਜਾਂਦੀਆਂ ਨੇ। ਮੈਂ ਜ਼ਮੀਰ ਦੇ ਮਰਨ ਨੂੰ ਮੌਤ ਸਮਝਦਾ, ਸਰੀਰ ਦੇ ਮਰਨ ਨੂੰ ਮੌਤ ਨਹੀਂ ਸਮਝਦਾ। ਤੁਹਾਨੂੰ ਕੀ ਲੱਗਦਾ ਜੀ? ਦੇਖੋ, ਸੰਤਾਂ ਨੇ, ਸੰਤ ਪਿੰਡਰਾਂ ਵਾਲਿਆਂ ਨੇ ਜੋ ਕਿਹਾ ਉਹ ਨਿਭਾਇਆ। ਇਸੇ ਕਰਕੇ ਅੱਜ ਲੋਕ ਉਹਨਾਂ ਤੋਂ ਬਹੁਤ ਸਾਰੀ ਪ੍ਰੇਰਨਾ ਲੈ ਕੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ। ਗੱਲਾਂ ਅੱਜ ਅਸੀਂ ਜਿੰਨਾ ਮਰਜ਼ੀ ਕਰੀਏ, ਗਲਤ ਠੀਕ ਦੀ ਡਿਬੇਟ ਕਰ ਲਓ, ਉਹ ਤਰੀਕੇ ਠੀਕ ਸੀ ਜਾਂ ਨਹੀਂ ਠੀਕ ਸੀ, ਉਹਦੇ 'ਚ ਕੀ ਹੋਇਆ ਕੀ ਨਹੀਂ ਹੋਇਆ, ਇਹ ਲੋਕੀ ਬਹਿਸਾਂ ਕਰੀ ਜਾਣਗੇ। ਪਰ ਇਹ ਗੱਲ ਉਹਨਾਂ ਦਾ ਪੁਆਇੰਟ ਤੇ ਬਿਲਕੁਲ ਠੀਕ ਹੈ ਕਿ ਪਾਸ਼ ਨੇ ਵੀ ਕਿਹਾ ਸੀਗਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਸੁਪਨਿਆਂ ਦਾ ਮਤਲਬ ਜ਼ਮੀਰ ਦਾ ਮਰ ਜਾਣਾ। ਇਸ ਲਈ ਬੰਦੇ ਸਰੀਰ ਦਾ ਕਿੰਨਾ ਕਸ਼ਟ ਆ, ਪੈਸੇ ਦਾ ਕਿੰਨਾ ਕਸ਼ਟ ਆ, ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਉਹ ਉਨਾ ਜ਼ਿਆਦਾ ਦੁਖਦਾਈ ਨਹੀਂ ਹੁੰਦਾ। ਜਿਸ ਦਿਨ ਤੁਸੀਂ ਕੋਸ਼ਿਸ਼ਾਂ ਛੱਡਤੀਆਂ, ਜ਼ਮੀਰ ਛੱਡਤੀ, ਉਸ ਦਿਨ ਸਮਝ ਲਓ ਕੋਈ ਵੀ ਬਰਾਦਰੀ ਹੋਏ, ਫਿਰਕਾ ਹੋਏ, ਸਮੁਦਾਇ ਹੋਏ, ਉਹਦਾ ਖਾਤਮੇ ਦਾ ਪੱਤਣ ਵੱਲ ਪਹਿਲੇ ਕਦਮ ਉਹ ਨਜ਼ਰ ਆਉਣ ਲੱਗ ਜਾਂਦੇ ਆ। ਇੱਕ ਗੱਲ ਹੋਰ ਆ ਪ੍ਰੋਫੈਸਰ ਸਾਹਿਬ, ਤੁਸੀਂ ਕਿਤਾਬਾਂ ਕਾਫੀ ਪੜ੍ਹਦੇ ਹੋ, ਕਾਫੀ ਨੌਲੇਜ ਰੱਖਦੇ ਹੋ ਪੰਜਾਬ ਪ੍ਰਤੀ ਵੀ, ਪੂਰੇ ਦੇਸ਼ ਪ੍ਰਤੀ ਵੀ, ਪੂਰੇ ਵਰਲਡ ਪ੍ਰਤੀ ਵੀ ਕਾਫੀ ਨੌਲੇਜ ਰੱਖਦੇ ਹੋ। ਇੱਕ ਬੜਾ ਵੱਡਾ ਸਵਾਲ ਆ ਜਿਹੜਾ ਕਿ ਅਕਸਰ ਹੀ ਲੋਕ ਕਰਦੇ ਰਹਿੰਦੇ ਨੇ, ਇਹ ਸੰਘਰਸ਼ ਨੂੰ ਵਿੱਚ ਦੀ ਕਾਮਰੇਡ ਵਰਸਸ ਸਿੱਖ ਬਣਾਇਆ ਗਿਆ। ਇਹਨਾਂ ਦੋਨਾਂ ਦੀ ਸੋਚ ਦੇ ਵਿੱਚ ਫਰਕ ਕੀ ਆ? ਕਾਮਰੇਡਾਂ ਦੀ ਤੇ ਸਿੱਖਾਂ ਦੀ ਸੋਚ ਫਰਕ ਕੀ ਆ? ਕਿਉਂ ਕੀ ਗੱਲ ਮੈਂ ਤੁਹਾਨੂੰ ਦੱਸਾਂ, ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ। ਅਸੀਂ ਐਵੇਂ ਵਰਸਸ ਬਣਾ ਦਿੰਦੇ ਆ। ਜਿਹੜੇ ਬੱਬਰ ਅਕਾਲੀ ਸੀਗੇ ਉਹ ਕੀ ਸੀ? ਇਨਕਲਾਬੀ ਨਹੀਂ ਸੀ, ਅਕਾਲੀ ਵੀ ਸੀ। ਗਦਰਾਈਟਸ ਕੀ ਸੀ? ਉਹ ਸਿੱਖ ਵੀ ਸੀਗੇ, ਗਾਤਰੇ ਵੀ ਪਾਏ ਸੀਗੇ, ਉਹ ਲੈਫਟਾਂ ਦੇ ਨਾਲ ਵੀ ਰੱਖਦੇ ਸੀ। ਬਾਬਾ ਵਿਸਾਖਾ ਸਿੰਘ ਕੌਣ ਸੀ? ਮੇਰੇ ਫਾਦਰ ਉਹਨਾਂ ਦੇ ਬੜੇ ਭਗਤ ਤੇ ਪੈਰੋਕਾਰ ਸੀਗੇ। ਮੇਰੇ ਫਾਦਰ ਖੁਦ ਅੰਮ੍ਰਿਤਧਾਰੀ ਸਿੱਖ ਰਹੇ ਆ, ਜਿਹੜੇ ਰੌ ਰੀਤਾਂ ਵਾਲੇ। ਔਰ ਸਾਨੂੰ ਉਹਨਾਂ ਦੀਆਂ ਕਹਾਣੀਆਂ ਜਦੋਂ ਬਚਪਨ ਤੋਂ ਸੁਣਦੇ ਆਏ, ਬਾਬਾ ਵਿਸਾਖਾ ਸਿੰਘ ਉਹ ਕੀ ਸੀਗੇ? ਪੂਰੇ ਗੁਰਸਿੱਖ, ਪੂਰਨ ਗੁਰਸਿੱਖ ਸੀ, ਪਰ ਗਦਰਾਈਟ ਵੀ ਸੀਗੇ। ਔਰ ਉਹਨਾਂ ਦੀ ਆਈਡੀਆਲੋਜੀ ਲੈਫਟ ਵਾਲੀ ਸੀਗੀ। ਇਹ ਲੈਫਟ ਦਾ ਮਤਲਬ ਲੋਕਾਂ ਨੇ ਕੀ ਕਰਤਾ ਜੀ, ਇੱਕ ਤੇ ਹੈਗੇ ਆ ਜਿਹੜੇ ਧਰਮ ਦੇ ਨਾਂ ਤੇ ਚੱਲਣ ਵਾਲੇ ਥੀਸਟ, ਔਰ ਇੱਕ ਹੈਗੇ ਆ ਕਾਮਰੇਡ ਜਿਹੜੇ ਐਥੀਸਟ। ਮੈਨੂੰ ਇਹ ਲੱਗਦਾ ਇਹਨਾਂ ਦੋਵਾਂ ਗੱਲਾਂ ਨੂੰ ਜੇ ਤੁਸੀਂ ਅਲੱਗ ਰੱਖ ਲਓ, ਜਿੱਥੋਂ ਤੱਕ ਸਮਾਜ ਦਾ, ਇਨਸਾਫ ਦਾ, ਏਕੇ ਦਾ ਏਜੰਡਾ ਹੈਗਾ, ਉਹਨਾਂ ਦਾ ਦੋਹਾਂ ਦਾ ਕੋਈ ਫਰਕ ਨਹੀਂ। ਉਹ ਵੀ ਕਹਿੰਦੇ ਅਸੀਂ ਸਮਾਜ ਦੇ ਵਿੱਚ ਇਨਸਾਫ ਚਾਹੁੰਦੇ ਆ, ਏਕਾ ਚਾਹੁੰਦੇ ਆ, ਜਾਤ ਪਾਤ ਨੂੰ ਖਤਮ ਕਰਨਾ ਚਾਹੁੰਦੇ ਆ, ਭਿੰਨ ਭੇਦ ਖਤਮ ਕਰਨਾ ਚਾਹੁੰਦੇ ਆ, ਔਰਤਾਂ ਦੇ ਨਾਲ ਜਿਹੜਾ ਧੱਕਾ ਹੁੰਦਾ ਉਹਨੂੰ ਖਤਮ ਕਰਨਾ ਚਾਹੁੰਦੇ ਆ। ਇਹੀ ਸਿੱਖੀ ਦੇ ਵਿੱਚ ਆ। ਮੈਨੂੰ ਕੋਈ ਜਿਹੜਾ ਸਬਸਟੈਂਟਿਵ ਇਸ਼ੂਜ਼ ਹੈਗੇ ਆ, ਜੋ ਉਹਨਾਂ ਦਾ ਅਸਲੀ ਮੁੱਖ ਧਾਰਾ ਆ, ਉਹਦੇ 'ਚ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ ਹੈਗਾ, ਕਿਉਂਕਿ ਮੈਂ ਤੇ ਦੋਵਾਂ ਹੀ ਧਿਰਾਂ ਦੇ ਵਿੱਚ ਬਹੁਤ ਡੀਪਲੀ ਰਹਿ ਕੇ ਦੇਖਿਆ। ਜਦੋਂ ਯੰਗ ਸੀਗੇ ਤੇ ਅਸੀਂ ਲੈਫਟ ਮੂਵਮੈਂਟਾਂ ਦੇ ਨੇੜੇ ਤੇੜੇ ਸੀਗੇ 70ਵਿਆਂ ਦੇ ਵਿੱਚ, ਫਿਰ ਸਾਨੂੰ ਪਤਾ ਲੱਗ ਗਿਆ ਕਿ ਬਹੁਤੀ ਦੇਰ ਇਹਦੇ 'ਚ ਰਹਿਣਾ ਬਹੁਤਾ ਠੀਕ ਨਹੀਂ ਹੈਗਾ। ਅਸੀਂ ਉਹਦੇ ਤੋਂ ਬਾਹਰ ਆ ਕੇ ਇੰਡੀਪੈਂਡੈਂਟ ਤੌਰ ਤੇ ਵੀ ਦੇਖਿਆ, ਸਿੱਖ ਸਮੁਦਾਇ ਦੇ ਨਾਲ ਵੀ ਬਹੁਤ ਇੰਟੀਮੇਟਲੀ ਅਸੀਂ ਸਾਰੇ ਲਿੰਕਡ ਹੈਗੇ ਆ। ਤੇ ਇਹ ਸਾਰਾ ਦੇਖਦੇ ਆ ਤੇ ਮੈਨੂੰ ਕੋਈ ਆਪਣੇ ਤੌਰ ਤੇ ਇੱਕ ਆਜ਼ਾਦਾਨਾ, ਤੁਸੀਂ ਸਮਝ ਲਓ ਜਿਸ ਤਰੀਕੇ ਨਾਲ ਮੈਂ ਕ੍ਰਿਟਿਕ ਦੇ ਤੌਰ ਤੇ ਪੇਸ਼ ਕਰਦਾ ਰਹਿਣਾ ਆਪਣੀਆਂ ਗੱਲਾਂ, ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ। ਮੈਨੂੰ ਗੁਰੂ ਨਾਨਕ ਦੇਵ ਜੀ ਦੇ ਵਿੱਚ ਜਾਂ ਜੋ ਇੱਥੇ ਕਾਮਰੇਡ ਆਪਣਾ ਆਈਡੀਆਲੋਜੀ ਨੂੰ ਕਹਿੰਦੇ ਆ, ਉਹ ਦੋਵੇਂ ਇੱਕੋ ਹੀ ਗੱਲ ਕਹਿੰਦੇ ਕਿ ਮਾਨਵਵਾਦੀ ਹੋ, ਤੁਸੀਂ ਇਨਸਾਫ ਪਸੰਦ ਹੋ, ਮਿਹਨਤ ਕਰੋ ਔਰ ਮਿਹਨਤ ਵਿੱਚੋਂ ਦੂਸਰੇ ਨੂੰ ਕੁਛ ਦਿਓ। ਹੁਣ ਉਹ ਗੱਲ ਲੱਗ ਗਿਆ ਕਿ ਜੇ ਕਾਮਰੇਡ ਇਹ ਰਾਹ ਛੱਡ ਜਾਣ
ਤੇ ਆਪਣੇ ਢਿੱਡ ਭਰਨ ਲੱਗ ਜਾਣ ਦੂਜੀਆਂ ਪਾਰਟੀਆਂ ਵਾਂਗੂ, ਤਾਂ ਫਿਰ ਉਹ ਸਮਝ ਲਓ ਕਿ ਉਹ ਨਾ ਤੇ ਉਹ ਆਪਣੇ ਉਸ ਵਿਚਾਰ ਦੇ ਰਹੇ ਆ ਤੇ ਸਿੱਖੀ ਦੇ ਤੇ ਰਹਿਣੇ ਕੀ ਹੈ, ਇਹ ਗੱਲ ਅਲੱਗ ਹੈ। ਪਰ ਇਸੇ ਤਰ੍ਹਾਂ ਸਿੱਖੀ ਵਿੱਚ ਵੀ ਹੈ, ਬਹੁਤ ਸਾਰੇ ਉਹਨੂੰ ਆਪਣਾ ਬਿਜ਼ਨਸ ਬਣਾ ਕੇ ਆਪਣੇ ਢਿੱਡ ਵੱਡੇ ਕਰ ਲਏ। ਉਹ ਜਿਹੜਾ ਗੁਰੂ ਨਾਨਕ ਦੇਵ ਜੀ ਸਾਨੂੰ ਕੰਮ ਦੇ ਗਏ ਸੀ ਉਹ ਛੱਡ ਗਏ, ਤੇ ਦੋਵੇਂ ਪਾਸੇ ਉਹੋ ਜਿਹੇ ਨੁਕਸ ਵੀ ਹੈਗੇ ਆ। ਪਰ ਫਿਰ ਵੀ ਮੇਰਾ ਖਿਆਲ ਕਿ ਇਹਨਾਂ ਦੇ ਵਿੱਚ ਕੋਈ ਕੌਨਫਲਿਕਟ ਹੈ ਨਹੀਂ, ਨਾ ਸਾਨੂੰ ਕਦੀ ਖੜਾ ਕਰਨਾ ਚਾਹੀਦਾ। ਮੁੱਖ ਦੀ ਗੱਲ ਇਹ ਆ ਕਿ ਉਹਨਾਂ ਦਾ ਨਾਂ ਲੈ ਕੇ ਪੈਸੇ ਇਕੱਠੇ ਕਰਦੇ ਨੇ, ਪੈਸੇ ਇਕੱਠੇ ਕਰਕੇ ਆਪਦੇ ਢਿੱਡਾਂ ਤੱਕ ਮਤਲਬ ਰੱਖਦੇ ਨੇ, ਲੋਕਾਂ ਦਾ ਕੋਈ ਭਲਾ ਨਹੀਂ ਕਰਦੇ। ਇੱਕ ਧੜਾ ਤੇ ਹੁੰਦਾ ਹੀ ਆ, ਦੇਖੋ ਇਹ ਭਾਵੇਂ ਪਾਰਟੀਆਂ ਹੋਣ, ਭਾਵੇਂ ਕੋਈ ਧਰਮ ਹੋਵੇ, ਭਾਵੇਂ ਕੋਈ ਕਿਸੇ ਕਿਸਮ ਦੀ ਹੋਰ ਸੰਸਥਾ ਬਣ ਜਾਣ। ਮੈਂ ਸੋਸ਼ਲ ਮੂਵਮੈਂਟਸ ਦਾ ਬਹੁਤ ਕਲੋਜ਼ਲੀ ਪੜ੍ਹਦਾ ਰਿਹਾ, ਪੜ੍ਹਾਉਂਦਾ ਰਿਹਾ ਤੇ ਆਪ ਵਿਚਰਦਾ ਰਿਹਾ। ਇਹਦੇ 'ਚ ਤੇ ਇੰਨਾ ਕੁ ਤੇ ਫਰਕ ਪੈਂਦਾ ਕਿ ਜਦੋਂ ਕੋਈ ਵੀ ਵਿਚਾਰ ਉਹ ਸੰਸਥਾ ਦੇ ਵਿੱਚ ਫਿੱਟ ਹੋ ਜਾਂਦੇ, ਸੰਸਥਾਗਤ ਫਿੱਟ ਹੋ ਜਾਂਦੇ, ਤਾਂ ਉਹ ਓਰੀਜਨਲ ਜਿਹੜੀ ਉਹਦੀ ਆਤਮਾ ਜਾਂ ਸਪਿਰਿਟ ਜਾਂ ਲਕਸ਼ ਹੁੰਦੇ ਆ ਉਹਦੇ ਤੋਂ ਦੂਰ ਹਟ ਜਾਂਦੇ ਆ। ਇਹੀ ਗੱਲ ਸਾਡੀ ਸਿੱਖੀ ਦੇ ਨਾਲ ਵੀ ਹੋਈ ਹੈ, ਇਹੀ ਗੱਲ ਸਾਡੀ ਕਾਮਰੇਡੀ ਦੇ ਨਾਲ ਵੀ ਹੋਈ ਹੈ, ਇਹੀ ਗੱਲ ਬਾਕੀ ਪਾਰਟੀਆਂ ਨਾਲ ਵੀ ਹੋਈ। ਅੱਜ ਦੀ ਕਾਂਗਰਸ ਉਹ ਕਾਂਗਰਸ ਨਹੀਂ ਹੈ, ਅੱਜ ਦੇ ਅਕਾਲੀ ਉਹ ਅਕਾਲੀ ਨਹੀਂ ਹੈ ਜਿਹੜੇ ਅੱਜ ਤੋਂ 60 ਸਾਲ ਪਹਿਲਾਂ ਦੇ ਅਕਾਲੀ ਸੀ, ਜਿਹੜੇ ਜੇਲ੍ਹਾਂ ਜਾਂਦੇ ਸੀ, ਜਿਹੜੇ ਚੁਣੌਤੀਆਂ ਦਿੰਦੇ ਸੀ ਤੇ ਆਪਣੇ ਉਸ ਸਮੁਦਾਇ ਲਈ ਕੁਝ ਵੀ ਕਰਨ ਲਈ ਤਿਆਰ ਸੀ, ਸਿੱਧੇ ਸਾਦੇ ਸੀ, ਇਮਾਨਦਾਰ ਸੀ, ਮਿਹਨਤੀ ਸੀਗੇ। ਉਹ ਨਹੀਂ ਹੈਗੇ ਹੁਣ ਸਾਡੇ ਸਾਹਮਣੇ। ਇਸ ਲਈ ਜਦੋਂ ਵੀ ਕੋਈ ਚੀਜ਼ ਵਿਚਾਰ ਜਾਂ ਫਲਸਫਾ ਸੰਸਥਾਗਤ ਰੂਪ ਧਾਰਨ ਕਰ ਲੈਂਦਾ, ਉਹਦੇ 'ਚ ਇਹੋ ਜਿਹੀਆਂ ਕਮੀਆਂ ਆਉਣ ਲੱਗ ਜਾਂਦੀਆਂ। ਸੰਸਥਾ ਬਣਿਆ ਬਗੈਰ ਵੀ ਨਹੀਂ ਸਰਦਾ, ਜੇ ਬਣ ਕੇ ਉਹ ਸੰਸਥਾ ਭਾਰੂ ਹੋ ਜੇ ਤੁਹਾਡੇ ਤੇ, ਉਹ ਫਿਰ ਓਰੀਜਨਲ ਵਿਚਾਰ ਨਹੀਂ, ਉਹ ਸੰਸਥਾ ਦਾ ਅਸੂਲ ਹੀ ਤੁਹਾਨੂੰ ਲਈ ਫਿਰਦੇ ਆ। ਤੁਸੀਂ ਓਰੀਜਨਲ ਜਿਹੜਾ ਤੁਹਾਡਾ ਪਹਿਲਾ ਸਭ ਤੋਂ ਬੇਸਿਕ ਫਲਸਫਾ ਹੁੰਦਾ ਉਹਦੇ ਤੋਂ ਤੁਸੀਂ ਦੂਰ ਹਟ ਜਾਂਦੇ। ਉਹ ਸਾਡੇ ਸਾਰਿਆਂ ਨਾਲ ਹੋ ਰਿਹਾ। ਅਕਾਲੀ ਦਲ ਦੀ ਗੱਲ ਕਰੀਏ, 1920 ਦੇ ਵਿੱਚ ਤਿਆਰ ਹੁੰਦਾ ਅਕਾਲੀ ਦਲ, 1925 'ਚ ਜਾ ਕੇ ਕਿਤੇ ਕਮੇਟੀ ਬਣਦੀ ਆ। ਅੱਜ ਅਕਾਲੀ ਦਲ ਦੇ ਵਿੱਚ ਜੇ ਗੱਲ ਕਰੀਏ ਤਾਂ ਤੁਸੀਂ ਕਿਹਾ ਵੀ ਉਹ ਅਕਾਲੀ ਦਲ ਨਹੀਂ ਰਹੀ। ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਗੱਲ ਕਰੀਏ ਤਾਂ ਪਿਛਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ, ਅੱਗਾਂ ਲਾਈਆਂ ਜਾਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਾਹਿਬ ਜਿਹੜੇ ਨੇ ਉਹ ਸਾੜ ਦਿੱਤੇ ਜਾਂਦੇ ਨੇ। ਜੇ ਗੱਲ ਕਰੀਏ ਤਾਂ ਉਹਨਾਂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲਦੀ, ਜਦੋਂ ਕਿ ਉਹਦੇ ਤੇ ਰਾਜਨੀਤੀ ਹੋ ਰਹੀ ਆ। ਤੁਹਾਨੂੰ ਕੀ ਲੱਗਦਾ? ਦੇਖੋ, ਗੁਰੂ ਨਾਨਕ ਦੇਵ ਜੀ ਜਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਉਹ ਸੱਤਾ ਲਈ ਨਹੀਂ ਲੜੇ, ਉਹ ਇਨਸਾਫ ਲਈ ਲੜੇ ਆ। ਗੁਰੂ ਨਾਨਕ ਦੇਵ ਜੀ ਦਾ ਤਾਂ ਬਿਲਕੁਲ ਬਿਰਤੀ ਹੈ ਨਾ, ਡਾਇਲਾਗ ਰਾਹੀਂ ਲੜੇ, ਸ਼ਬਦ ਗੁਰੂ ਸਾਨੂੰ ਕਹਿ ਕੇ ਗਏ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਵੀ ਸਰਬੰਸ ਇਸ ਲਈ ਨਹੀਂ ਮਾਰਿਆ ਕਿ ਉਹਨਾਂ ਨੇ ਰਾਜੇ ਬਣਨਾ ਜਾਂ ਇੱਥੇ ਕੋਈ ਆਪਣੀ ਬੜੀ ਅੰਪਾਇਰ ਸਥਾਪਿਤ ਕਰਨੀ। ਉਹਨਾਂ ਨੂੰ ਇਹ ਸੀ ਵੀ ਇਹ ਧਰਤੀ 'ਤੇ ਇਨਸਾਫ ਹੋਵੇ, ਔਰ ਉਸ ਲਈ ਜੇ ਮੈਂ ਉਹਨਾਂ ਨੇ ਲਾਸਾਨੀ ਕੁਰਬਾਨੀਆਂ ਪਰਿਵਾਰ ਦੀਆਂ ਦਿੱਤੀਆਂ, ਉਹ ਸਾਨੂੰ ਇੱਕ ਮਾਰਗਦਰਸ਼ਕ ਹੋ ਨਿਬੜੇ। ਇਸੇ ਤਰੀਕੇ ਨਾਲ ਜਿਹੜੇ ਇਹ ਵੀ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਤੇ ਇਹੀ ਫਲਸਫੇ ਨੂੰ ਅੱਗੇ ਤੋਰਨ ਲਈ ਸੀਗੇ। ਜਿਸ ਤਰ੍ਹਾਂ ਬਾਬਾ ਬੰਦਾ ਬਹਾਦਰ ਉਹਨਾਂ ਨੇ ਵੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਬਹੁਤ ਕੁਝ ਪੰਜਾਬ ਲਈ ਪਿੱਛੇ ਛੱਡ ਕੇ ਗਏ, ਸਾਡੇ ਵਿਰਸੇ 'ਚ ਚੰਗਾ ਕੁਝ ਯਾਦ ਕਰਨ ਲਈ। ਇਹ ਜਿਹੜੇ ਸਾਡੇ ਹੁਣ ਵਾਲੇ ਅਕਾਲੀ ਵੀਰ ਆ, ਇਹ ਸੱਤਾ ਤੇ ਸੱਤਾ ਤੋਂ ਗਾਂਹ ਸੱਤਾ ਕਿਵੇਂ ਬਣਾਉਣੀ ਆ, ਉਹਦੇ 'ਚ ਉਸੇ ਹੀ ਚੀਜ਼ਾਂ 'ਚ ਫਸ ਗਏ ਆ ਜਿਨ੍ਹਾਂ ਦੇ ਵਿਰੁੱਧ ਅਸਲ ਵਿੱਚ ਇਹਨਾਂ ਨੂੰ ਲੜਾਈ ਕਰਨੀ ਚਾਹੀਦੀ ਸੀ। ਇਹ ਬਿਲਕੁਲ ਉਹਨਾਂ ਅਸੂਲਾਂ ਦੇ ਵਿਪਰੀਤ ਖੜੇ ਹੋ ਗਏ, ਉਲਟ ਖੜੇ ਹੋ ਗਏ, ਜਿਨ੍ਹਾਂ ਦੇ ਵਿਰੁੱਧ ਇਹਨਾਂ ਨੇ ਜੇਲ੍ਹਾਂ ਦਿੱਤੀਆਂ ਵੀ ਸੀ ਤੇ ਹੁਣ ਵੀ ਗਾਂਹ ਜੇਲ੍ਹਾਂ 'ਚ ਜਾ ਕੇ ਕੁਰਬਾਨੀਆਂ ਦੇਣ ਦੀ ਲੋੜ ਸੀ। ਜੇ ਗੱਲ ਕਰੀਏ ਤਾਂ ਅਕਾਲੀ ਦਲ ਦਾ ਪਿਛਲੇ ਦਿਨ ਜਿਹੜੇ ਪ੍ਰਧਾਨ ਨੇ ਉਹ ਜਾਂਦੇ ਨੇ, ਸੁਖਬੀਰ ਬਾਦਲ, ਮੈਨਿੰਗ ਹੁੰਦੀ ਹੈ ਜਿੱਥੇ, ਕਹਿੰਦੇ ਨੇ ਕਿ ਅਸੀਂ ਮੈਨਿੰਗ ਰੋਕਣ ਗਏ ਆ। ਪਰ ਮੈਨਿੰਗ ਅੱਜ ਜਿਹੜੇ ਮੰਨਾ ਸਾਹਿਬ ਨੇ ਉਹ ਆਉਂਦੇ ਨੇ ਸਾਹਮਣੇ ਕਿ ਮੈਨਿੰਗ ਤਾਂ ਇਹ ਚੱਲ ਰਹੀ ਹੈ, ਹਜੇ ਰੁਕੀ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਵੀ ਇਹ ਇੱਕ ਸਟੰਟ ਸੀ ਜਾਂ ਵਾਕਈ ਉੱਥੇ ਦਿਲ ਤੋਂ ਗਏ ਸੀ? ਚੋਣਾਂ ਲਈ ਸਾਰਾ ਕੁਝ ਚੋਣਾਂ ਲਈ ਹੋ ਰਿਹਾ। ਇਹਨਾਂ ਦੇ ਵੇਲੇ ਨਹੀਂ ਸੀ ਹੁੰਦਾ, ਸਭ ਕੁਝ ਹੁੰਦਾ ਸੀ। ਕਾਂਗਰਸ ਵੇਲੇ ਵੀ ਸਾਰਿਆਂ ਨੂੰ ਹੁੰਦਾ, ਰਲ ਮਿਲ ਕੇ ਹੁੰਦਾ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ। ਸਾਨੂੰ ਤੇ ਇਹੋ ਜਿਹੀਆਂ ਵੀ ਖਬਰਾਂ ਮਿਲਦੀਆਂ ਵੀ ਕੋਈ ਵਿੱਚ ਈਵਨ ਆਮ ਆਦਮੀ ਪਾਰਟੀ ਦਾ ਵੀ ਥੋੜੀ ਜਿਹੀ ਰੇਤਾ ਜਿਹੜੀ ਚੱਕ ਲੈਂਦਾ, ਜਾਣੀ ਵਿੱਚ ਖਬਰਾਂ ਆ, ਬਹੁਤ ਵੱਡੇ ਪੱਧਰ ਤੇ ਨਹੀਂ ਆ। ਨਵੇਂ ਬੰਦੇ ਉਹਨਾਂ ਨੂੰ ਬਹੁਤਾ ਪਤਾ ਵੀ ਨਹੀਂ ਹੈਗਾ ਵੀ ਇਹ ਕੰਮ ਕਿਵੇਂ ਕਰੀਦੇ ਆ। ਨਹੀਂ, ਚਲੋ ਮੈਂ ਕਾਹਨੂੰ ਕਿਸੇ ਨੂੰ ਬੁਰਾ ਕਹਿਣਾ ਜਦ ਤੱਕ ਸਾਡੇ ਸਾਹਮਣੇ ਨਹੀਂ ਹੈ। ਪਰ ਅਸਲੀਅਤ ਇਹੀ ਹੈ ਕਿ ਇਹ ਕੰਮ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਚੰਗਾ ਦੱਸਣ ਲਈ ਹੈ ਕਿ ਦੇਖੋ ਮੈਂ ਤੇ ਇਮਾਨਦਾਰ ਹਾਂ, ਦੂਜਾ ਬਹੁਤ ਮਾੜਾ ਆ। ਉਹਦੇ 'ਚ ਕੋਈ ਉਹ ਐਵੇਂ ਅਖਬਾਰਾਂ ਦੇ ਵਿੱਚ ਖਬਰਾਂ ਲਵਾਉਣ ਲਈ, ਟੀਵੀ ਦੇ ਵਿੱਚ ਆਪਣੇ ਬਿਆਨ ਦੇਣ ਲਈ, ਉਹਦੇ ਤੋਂ ਇਲਾਵਾ ਇਹਦੀ ਅਸਲ ਮਾਨਿਆਂ 'ਚ ਕੋਈ ਅਰਥ ਧਰਾਤਲ ਦੇ ਉੱਤੇ ਸਾਡੇ ਜੀਵਨ 'ਚ ਕੋਈ ਚੀਜ਼ ਤਬਦੀਲੀ ਆਊਗੀ, ਉਹਦੇ ਕੋਈ ਅਰਥ ਨਹੀਂ, ਕੋਈ ਮਾਨੇ ਨਹੀਂ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਪੜ੍ਹਾਉਂਦੇ ਰਹੇ ਹੋਗੇ, ਜੇ ਗੱਲ ਕਰੀਏ ਤਾਂ ਹੁਣ ਪਿਛਲੇ 2 ਸਾਲਾਂ ਤੋਂ ਸਕੂਲ ਕਾਲਜ ਬੰਦ ਪਏ ਨੇ, ਯੂਨੀਵਰਸਿਟੀਆਂ ਬੰਦ ਪਈਆਂ ਨੇ। ਸਾਡੇ ਕੋਲ ਪਹਿਲਾਂ ਹੀ ਪੜ੍ਹਾਈ ਬਹੁਤ ਘੱਟ ਆ ਗਈ। ਜੇ ਗੱਲ ਕਰੀਏ ਤਾਂ ਸਾਡੇ ਜਿਹੜੇ ਲੋਕ ਨੇ ਉਹ +2 ਕਰਦੇ ਨੇ, ਆਈਲੈਟਸ ਕਰਕੇ ਬਾਹਰ ਦੀ ਤਿਆਰੀ ਕਰ ਲੈਂਦੇ ਨੇ। ਕਹਿੰਦੇ ਨੇ ਕਿ 7ਵਾਂ ਦਰਿਆ ਇੱਕ ਆਈਲੈਟਸ ਦਾ ਵਗਣ ਲੱਗ ਗਿਆ, ਕਿੱਥੇ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗਿਆ ਸੀ ਉਹ ਉਹਦੀ ਥਾਂ ਤੇ ਹੁਣ 7ਵਾਂ ਦਰਿਆ ਆ ਗਿਆ। ਕਿਵੇਂ ਦੇਖਦੇ ਹੋ? ਦੇਖੋ, ਜੇ ਅਸੀਂ ਆਪਣੇ ਆਪ ਨੂੰ ਨਾ ਸਾਂਭਾਂਗੇ ਤੇ ਇਹ ਤੇ ਹੋਊਗਾ ਹੀ। ਮੈਂ ਤੇ ਬਿਲਕੁਲ ਇਸ ਗੱਲ ਦੇ ਵਿਰੁੱਧ ਨਹੀਂ ਆ ਕਿ ਬੱਚਿਆਂ ਨੂੰ
ਨਹੀਂ ਜਾਣਾ ਚਾਹੀਦਾ। ਮੈਂ ਤਾਂ ਕਹਿੰਦਾ ਕਿ ਜਿਹੜਾ ਜਾ ਸਕਦਾ ਉਹਨੂੰ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਇੱਥੇ ਜੇ ਸਾਡੇ ਲੀਡਰਾਂ ਨੇ ਸਾਨੂੰ ਧੋਖਾ ਦੇ ਦਿੱਤਾ, ਕੋਈ ਬੱਚਾ ਹੁਣ 10 ਸਾਲ ਇੱਥੇ ਰਾਜਨੀਤਿਕ ਤੌਰ 'ਤੇ ਇੰਤਜ਼ਾਰ ਕਰੂਗਾ ਕਿ ਕਦੋਂ ਇੱਥੇ ਨਿਜ਼ਾਮ ਠੀਕ ਹੋਏ ਅਤੇ ਕਦੋਂ ਮੈਂ ਉੱਥੇ ਸਦਾ। ਹਾਂ, ਜਿਹੜੇ ਲੜਾਕੂ ਹੈਗੇ, ਜਿਹੜੇ ਰਾਜਨੀਤਿਕ ਤੌਰ 'ਤੇ ਚੇਤਨ ਹੈਗੇ, ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ, ਉਹਨਾਂ ਨੂੰ ਲੜਨਾ ਵੀ ਚਾਹੀਦਾ, ਨਿਜ਼ਾਮ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਜਿਹੜੇ ਬਾਕੀ ਧਮਾਤੜ ਸਾਥੀ ਸਾਡੇ ਬੱਚੇ ਜਿਹੜੇ ਬੜੇ ਥੋੜ੍ਹੇ ਪੈਸੇ ਖੂਨ ਪਸੀਨੇ ਦੀ ਕਮਾਈ ਦਾ ਇਕੱਠਾ ਕਰਕੇ ਕੁਛ ਭਵਿੱਖ ਆਪਣਾ ਬਣਾਉਣਾ ਚਾਹੁੰਦੇ ਔਰ ਇੱਥੇ ਕੁਛ ਦਿਖਦਾ ਨਹੀਂ, ਉਹ ਜਾਣਗੇ ਨਹੀਂ ਤੇ ਕੀ ਕਰਨਗੇ। ਇਸ ਲਈ ਇਹਨਾਂ ਨੇ ਇਹ ਤੇ ਸਾਰੇ ਦਾ ਸਾਰਾ ਭਾਵੇਂ ਵਿਦਿਆ ਦਾ ਸਿਸਟਮ ਨੂੰ ਫੇਲ ਕਰਨਾ। ਹੁਣ ਇਸ ਵੇਲੇ ਦੇਖ ਲਓ, ਇਹ ਜਿਹੜੀ ਯੂਨੀਵਰਸਿਟੀ ਆ 1.5 ਸਾਲ ਹੋ ਗਈ ਪੰਜਾਬ ਯੂਨੀਵਰਸਿਟੀ ਨੂੰ ਬੰਦ ਹੋਏ ਨੂੰ, ਤਕਰੀਬਨ ਮੈਂ ਤੇ ਦੇਖ ਰਿਹਾ। ਹਾਲਾਤ ਇਹ ਹੈ ਕਿ ਉੱਥੇ ਭੂਤ ਵੀ ਨਹੀਂ ਤੁਹਾਨੂੰ ਮਿਲਦਾ, ਬੰਦਾ ਤੇ ਕੀ ਮਿਲਣਾ ਹੈ। ਉੱਥੇ ਪਹਿਲਾਂ ਬਾਂਦਰ ਹੁੰਦੇ ਸੀ ਮਾੜੇ ਮੋਟੇ, ਕਿਉਂਕਿ ਕੋਈ ਰੋਟੀ ਪਾਣੀ ਖਾਂਦਾ ਸੀ, ਦਿਖਦੇ ਸੀ, ਉਹ ਬਾਂਦਰ ਵੀ ਛੱਡ ਕੇ ਭੱਜ ਗਏ। ਬਿਲਕੁਲ ਇੰਨਾ ਮੈਨੂੰ ਲੱਗਦਾ ਨਹੀਂ ਕਿ ਆਉਣ ਵਾਲੇ 5 ਸਾਲ ਵੀ ਜਿੰਨਾ ਘਾਟਾ ਪੈ ਗਿਆ ਉਹ ਪੂਰਾ ਕਰ ਪਾਉਣਗੇ। ਟੀਚਰ ਪੜ੍ਹਾਈ ਛੱਡ ਗਏ, ਪੜ੍ਹਾਉਣ ਦਾ ਉਹਨਾਂ ਦੀ ਆਦਤ ਹੀ ਨਹੀਂ ਰਹੀ, ਸਟੂਡੈਂਟਾਂ ਦੀ ਪੜ੍ਹਨ ਦੀ ਆਦਤ ਨਹੀਂ ਰਹੀ। ਇਹ ਕਿਵੇਂ ਦੁਬਾਰਾ ਸਿਸਟਮ ਨੂੰ ਤੋੜ ਕੇ ਖੜਾ ਕਰਨਗੇ? ਲਈ ਅਸੀਂ ਤਾਂ ਬਹੁਤ ਜ਼ਿਆਦਾ ਪਛੜ ਗਏ ਹਾਂ। ਔਰ ਜੋ ਸੰਕਟ ਤੁਹਾਨੂੰ ਕਿਸਾਨਾਂ ਨੇ ਦਿਖਾਤਾ, ਜੋ ਸੰਕਟ ਤੁਹਾਨੂੰ ਅੱਜ ਦਿਖ ਰਿਹਾ ਤੁਹਾਡੇ ਬਰੂਹਾਂ 'ਤੇ ਖੜਾ, ਤੁਹਾਨੂੰ CJI ਚੀਫ ਜਸਟਿਸ ਆਫ ਇੰਡੀਆ ਰਮੰਨਾ ਹੋਣ ਵਾਲੇ CV ਰਮੰਨਾ ਉਹਨਾਂ ਦਾ ਪੂਰਾ ਨਾਂ, ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਇਹ ਸ਼ੁਰੂਆਤ ਆ ਜੋ ਕਿਸਾਨਾਂ ਦੀ ਮੂਵਮੈਂਟ ਆ। ਇਸ ਨੂੰ ਇੱਥੋਂ ਜੇ ਸਮਝ ਗਏ ਤਾਂ ਠੀਕ ਆ, ਨਹੀਂ ਤੇ ਜਾਂ ਈਵਨ ਇਹ ਜਿਹੜੀ ਤੁਹਾਡੀ ਕਰੋਨਾ ਹੈ, ਤੁਹਾਡਾ ਸਾਰੇ ਜਲੂਸ ਨਿਕਲ ਗਿਆ ਸਾਰੀ ਦੁਨੀਆ ਦੇ ਵਿੱਚ, ਜਦੋਂ ਲਾਸ਼ਾਂ 'ਤੇ ਢੇਰ ਲੱਗ ਗਏ ਔਰ ਨਦੀਆਂ 'ਚ ਰੁੜਦੇ ਤੇ ਕਿਤੇ ਤੁਹਾਡੇ ਕੋਲ ਕੱਫਣ ਜੋਗੇ ਪੈਸੇ ਨਹੀਂ ਸੀ। ਉਹਨੇ ਕਿਹਾ ਕਿ ਇਹ ਤੁਹਾਡੇ ਸੰਕਟ ਦੇ ਸ਼ੁਰੂਆਤੀ ਲੱਛਣ, ਤੁਹਾਨੂੰ ਟਿਪ ਆਫ ਦਾ ਆਈਸਬਰਗ ਜਿਹਨੂੰ ਕਹਿੰਦੇ ਆ, ਇਹਨੇ ਰੁਕਣਾ ਨਹੀਂ ਇੱਥੇ। ਇਹ ਇਹੋ ਜਿਹੀ ਹਲਚਲ ਪੈਦਾ ਕਰੂਗਾ, ਇਹੋ ਜਿਹੀ ਹਾਹਾਕਾਰ ਦੇ ਵਿੱਚ ਮਚੂਗਾ ਕਿ ਇਹਨਾਂ ਲੋਕਾਂ ਨੂੰ ਇੱਥੇ ਸਾਹਮਣਾ ਔਖਾ ਹੋ ਜਾਊਗਾ। ਇਸੇ ਲਈ ਮੇਰਾ ਤਾਂ ਖਿਆਲ ਹੈ ਕਿ ਜਿਹੜੇ ਬੱਚਿਆਂ ਦਾ ਤੁਸੀਂ ਗੱਲ ਕਰ ਰਹੇ ਹੋ, ਸਕੂਲਾਂ ਦਾ, ਕਾਲਜਾਂ ਦਾ, ਉਹ ਇਕੱਲਾ ਇਹ ਹੀ ਨਹੀਂ, ਪੂਰਾ ਸਿਸਟਮ ਹੀ ਟੁੱਟ ਚੁੱਕਿਆ। ਅਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਜ਼ਬੂਤ ਕੜੀ ਔਰ ਜਿਹੜੀ ਸਭ ਤੋਂ ਜ਼ਰੂਰਤ ਵਾਲੀ, ਅਹਿਮੀਅਤ ਵਾਲੀ ਕੜੀ ਹੁੰਦੀ, ਉਹ ਹੁੰਦੀ ਸਿੱਖਿਆ, ਜਿੱਥੋਂ ਤੁਹਾਡਾ ਰਿਵਾਈਵਲ ਹੋ ਜਾਂਦਾ। ਜੇ ਉਹ ਵੀ ਟੁੱਟ ਗਈ ਹੈ ਤੇ ਭਵਿੱਖ ਤੁਸੀਂ ਇੱਥੋਂ ਅੰਦਾਜ਼ਾ ਲਾ ਹੀ ਸਕਦੇ ਆ ਸਾਡੇ ਪੰਜਾਬ ਦਾ ਤੇ ਦੇਸ਼ ਦਾ ਕਿਹੋ ਜਿਹਾ। ਗੱਲ ਕਰੀਏ ਤਾਂ ਪ੍ਰੋਫੈਸਰ ਸਾਹਿਬ, ਤੁਸੀਂ ਕਿਹਾ ਕਿ ਰਾਜਨੀਤੀ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ, ਪਰ ਰਾਜਨੀਤੀ ਤਾਂ ਉਹ ਫੇਰ ਹੀ ਸਮਝੀ ਜਾਊ ਨਾ ਜੇ ਉਹ ਪੜ੍ਹਨਗੇ, ਕਿਤਾਬਾਂ ਦੇ ਨਾਲ ਜੁੜਨਗੇ ਜਾਂ ਪੜ੍ਹਾਈ ਅੱਗੇ ਕਰਨਗੇ। ਯੂਨੀਵਰਸਿਟੀ ਕਾਲਜਾਂ ਦੇ ਵਿੱਚ ਵੀ ਰਾਜਨੀਤੀ ਤਾਂ ਨਿਕਲਦੀ ਹੈਗੀ, ਆਖਰ ਨੂੰ ਯੂਨੀਵਰਸਿਟੀ ਕਾਲਜਾਂ ਦੇ ਪ੍ਰਧਾਨ ਬਣਦੇ ਨੇ, ਪ੍ਰਧਾਨਾਂ ਤੋਂ ਬਾਅਦ ਫਿਰ ਉਹ MLA ਦੀ ਚੋਣ ਲੜਦੇ ਨੇ, MP ਦੀ ਚੋਣ ਲੜਦੇ ਨੇ, ਉੱਥੋਂ ਹੀ ਰਾਜਨੀਤੀ ਤਾਂ ਨਿਕਲਦੀ ਹੈ ਨਾ ਜੇ ਆਪਾਂ ਦੇਖਿਆ ਜਾਵੇ ਤਾਂ। ਦੇਖੋ 70ਵਿਆਂ ਦਾ ਜਿਹੜਾ 1970ਵਿਆਂ ਦਾ ਜਿਹੜਾ ਦਹਾਕਾ ਸੀਗਾ, ਉਹਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟਸ ਮੂਵਮੈਂਟਸ ਅਸੀਂ ਸਾਰੇ ਪੰਜਾਬ ਦੇ ਵਿੱਚ ਤੇ ਹੋਰਨਾਂ ਵਿਦੇਸ਼ਾਂ 'ਚ ਦੇਖੀਆਂ। ਉਹ ਇੱਕ ਨੌਜਵਾਨਾਂ ਦਾ ਦਹਾਕਾ ਸੀਗਾ। ਉਹ ਅਸੀਂ ਦੇਖਿਆ ਆਪਣੀਆਂ ਅੱਖਾਂ ਨਾਲ ਕਿ ਕਿਵੇਂ ਹਰ ਬੱਚਾ ਜਿਹੜਾ ਰਾਜਨੀਤਿਕ ਰੰਗਤ ਵਿੱਚ ਰੰਗਿਆ ਹੋਇਆ ਸੀ ਔਰ ਉਹਨੂੰ ਆਪਣੀ ਚਿੰਤਾ ਨਾਲੋਂ, ਆਪਣੀ ਮਾਂ-ਬਾਪ ਦੀ ਚਿੰਤਾ ਨਾਲੋਂ ਉਹਨੂੰ ਦੇਸ਼ ਦੀ ਚਿੰਤਾ ਜ਼ਿਆਦਾ ਹੁੰਦੀ ਸੀ। ਮੈਨੂੰ ਲੱਗਦਾ ਹੁਣ ਵਕਤ ਆ ਗਿਆ ਕਿ ਇੱਕ ਵਾਰੀ ਫੇਰ ਉਸ ਪੱਧਰ ਦੇ ਉੱਤੇ, ਉਸੇ ਲੈਵਲ ਦੇ ਉੱਤੇ ਦੁਬਾਰਾ ਸਾਡੇ ਨੌਜਵਾਨ ਨੂੰ ਅੱਗੇ ਆਉਣਾ ਪਊ, ਭਾਵੇਂ ਉਹ ਅਨਪੜ੍ਹ ਪੇਂਡੂ ਨੌਜਵਾਨ ਹੈਗੇ ਆ ਜਾਂ ਸੈਮਾਈ ਅੱਧ ਪਚੱਧੇ ਪੜ੍ਹੇ ਲਿਖੇ ਸਕੂਲਾਂ, ਸੀਨੀਅਰ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਟੂਡੈਂਟ ਹੈਗੇ ਆ। ਇਹ ਨਿਕਲੂਗਾ ਜ਼ਰੂਰ ਹੁਣ ਇੱਕ ਵਾਰੀ ਫੇਰ ਇਹੋ ਜਿਹਾ ਬੋਲਬਾਲਾ ਜਿਹੜਾ ਲੋਕਾਂ ਦਾ ਝੁਰਮੁਟ ਉੱਠੂਗਾ ਜ਼ਰੂਰ, ਕਿਉਂਕਿ ਮੇਰਾ ਕਾਰਨ ਮੈਨੂੰ ਸਾਫ਼ ਦਿਖ ਰਿਹਾ ਕਿ ਜਿਸ ਤਰੀਕੇ ਨਾਲ ਸਾਇੰਟੀਫਿਕ ਮਾਈਂਡ ਦੇ ਉੱਤੇ ਹਮਲਾ ਹੋਣ ਵਾਲੀ ਸਰਕਾਰ ਦਾ, ਕਿ ਮੈਂ ਜਿੱਥੇ ਵੀ ਕੋਈ ਤਰਕਸ਼ੀਲਤਾ ਹੈਗੀ, ਜਿੱਥੇ ਸਾਇੰਸ ਦੀ ਮਾੜੀ ਮੋਟੀ ਕੋਈ ਰਹਿੰਦ ਖੂੰਦ ਬਚੀ ਹੋਈ ਹੈ, ਉਸ ਨੂੰ ਅਸੀਂ ਸਾਰੇ ਦਾ ਸਾਰੇ ਨੂੰ ਤਬਾਹ ਕਰਕੇ ਅਸੀਂ ਤੇ ਇੱਥੇ ਗਾਈਆਂ ਦਾ ਮੂਤ, ਗਾਈਆਂ ਦਾ ਗੋਹਾ, ਉਸ ਕਿਸਮ ਦਾ ਵਪਾਰ, ਗਾਈਆਂ ਦਾ ਵਪਾਰ ਨਹੀਂ ਕਰਨਾ, ਉਹਨਾਂ ਦੀ ਪੂਜਾ ਕਰਨੀ ਆ, ਹੈ ਨਾ। ਅਤੇ ਮੈਨੂੰ ਤਾਂ ਲੱਗਦਾ ਸ਼ਾਇਦ ਇਹ ਦੁੱਧ ਚੋਣਾ ਵੀ ਉਹਦਾ ਬੰਦ ਕਰ ਦੇਣ ਕਿ ਗਾਈ ਨੂੰ ਕਿਤੇ ਦਰਦ ਨਾ ਹੋਵੇ, ਮਤਲਬ ਇਸ ਕਿਸਮ ਦਾ। ਇਹ ਕਿਸੇ ਦਿਨ ਆ ਜੂਗੇ ਏਜੰਡੇ, ਕਿਉਂਕਿ ਇਹ ਸਾਡਾ ਧਾਰਮਿਕ ਜਾਨਵਰ ਹੈ ਵੀ ਇਹਦਾ ਦੁੱਧ ਨਹੀਂ ਚੋਣਾ ਚਾਹੀਦਾ, ਵੱਛਾ ਚੁੰਗਲੇ ਵੀ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਇਸ ਕਿਸਮ ਦੇ ਪਾਸੇ ਨੂੰ ਇਹ ਚੱਲ ਪਿਆ। ਜਿੰਨਾ ਵੀ ਨਾ ਤਾਂ ਇਹਨਾਂ ਦਾ ਸਾਇੰਟੀਫਿਕ ਮਾਈਂਡ ਹੈਗਾ, ਨਾ ਉਸ ਪਾਸੇ ਨੂੰ ਸਮਾਜ ਨੂੰ ਜਾਂ ਲੋਕਾਂ ਨੂੰ ਜਾਣ ਦੇਣਾ ਚਾਹੁੰਦੇ ਆ। ਇਸੇ ਕਰਕੇ ਹੁਣ ਫਿਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਯੂਥ ਵੱਡੇ ਪੱਧਰ 'ਤੇ ਇਸ ਹਮਲੇ ਨੂੰ ਸਮਝ ਰਿਹਾ, ਉਹਦਾ ਰਿਐਕਸ਼ਨ ਜ਼ਰੂਰ ਆਊਗਾ।
ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ? ਇਹ ਬੜੇ ਵੱਡੇ ਸਵਾਲ ਸੀ ਜਿਹੜੇ ਆਪਾਂ ਹੁਣ ਕਰੇ ਨੇ ਪੰਜਾਬ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ। ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਵੀ ਬਹੁਤ ਪੈਦਾ ਹੋਏ ਨੇ, ਹੈ ਨਾ। ਉਹਨਾਂ ਨੂੰ ਕਰਨ ਵਾਲਾ ਕੌਣ ਆ? ਜਾਂਦੇ ਜਾਂਦੇ ਕੀ ਕਹਿ ਕੇ ਜਾਓਗੇ ਇਹ ਸਾਰੀਆਂ ਗੱਲਾਂ ਦੇ ਉੱਪਰ? ਨਹੀਂ, ਗੈਂਗਸਟਰ ਤੇ ਦੇਖੋ ਦੋ ਕਿਸਮ ਦੇ ਹੈਗੇ ਆ। ਇੱਕ ਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਉਹ ਖੁਦ ਹੀ ਜਿਹੜੀਆਂ ਪਾਰਟੀਆਂ ਨੂੰ ਗੈਂਗਸਟਰ ਵਾਂਗੂ ਬਣਾਇਆ ਹੋਇਆ, ਉਹ ਇੰਝ ਹੀ ਬਿਹੇਵ ਕਰਦੇ ਆ, ਬੰਦੇ ਨੂੰ ਬੰਦਾ ਨਹੀਂ ਸਮਝਦੇ। ਕੈਪਟਨ ਸਾਹਿਬ ਨੂੰ ਉਹਨਾਂ ਦੇ ਜੇ ਐਮਐਲਏ ਨਹੀਂ ਮਿਲ ਸਕਦੇ ਤੇ ਕੀ ਕੋਈ ਲੋਕ ਪੱਖੀ ਜਾਂ ਲੋਕਤੰਤਰਿਕ ਪ੍ਰਣਾਲੀ ਦੀ ਕੋਈ ਐਟੀਟਿਊਡ ਹੈਗਾ ਆ? ਤੇ ਇਹ ਇਸੇ ਤਰੀਕੇ ਨਾਲ ਹੀ ਆ। ਇਹ ਜਿਹੜੇ ਪਾਰਟੀਆਂ ਦਾ ਆਪਣਾ ਢਾਂਚਾ ਇਹੋ ਜਿਹਾ ਬਣ ਗਿਆ। ਗਾਂ ਪੁਲਿਸ ਜਿਹੜੀ ਆ ਜਿਹਨੇ ਕਾਨੂੰਨ ਲਾਗੂ ਕਰਨਾ ਹੁੰਦਾ ਇੱਥੇ, ਉਹ ਖੁਦ ਇੱਕ ਆਰਗੇਨਾਈਜ਼ਡ ਤੁਸੀਂ ਸਮਝ ਲਓ ਗੈਂਗਸ ਵਾਂਗੂ ਜ਼ਿਆਦਾ ਬਿਹੇਵ ਕਰਦੇ ਆ। ਉਹਨੂੰ ਰੋਕ ਲਿਆ, ਓਏ ਤੈਨੂੰ ਦੇ ਇੱਥੇ 200 ਰੁਪਇਆ, ਉਹਨੂੰ ਮਾਰਿਆ 4 ਡੰਡੇ, ਇਹਨੂੰ ਕੀਤਾ, ਉੱਧਰ ਕੀਤਾ, ਪੁੱਠੇ ਸਿੱਧੇ ਸਾਰੇ ਕੰਮ ਰਾਜਨੀਤਿਕ ਲੋਕਾਂ ਨਾਲ ਰਲ ਕੇ ਕਰਦੇ। ਇਹਨਾਂ ਨਾਲ ਹੀ ਜਦੋਂ ਇੱਥੇ ਤੱਕ ਵੀ ਉਹਨਾਂ ਦਾ ਨਹੀਂ ਚੱਲਦਾ ਤੇ ਉਹਨਾਂ ਨੇ ਹੋਰ ਜਿਹੜੇ ਆਪਣੇ ਹੁਡਲਮਸ ਇਹਨਾਂ ਨੂੰ ਕਹਿੰਦੇ ਤੁਸੀਂ ਗੈਂਗਸਟਰ ਪਾਲੇ ਹੋਏ ਆ। ਕੋਈ ਜਿਸ ਦੇਸ਼ ਦੀ ਪਾਰਲੀਮੈਂਟ 'ਚ 43% MP ਇਹੋ ਜਿਹੇ ਹੋਣ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਟਾਈਮ 'ਤੇ ਕ੍ਰਿਮੀਨਲ ਕੇਸ ਹੈਗੇ ਆ, ਤਾਂ ਫਿਰ ਤੁਸੀਂ ਇਹ ਦੇਖ ਲਓ ਕਿ ਤੁਹਾਡੀ ਰਾਜਨੀਤੀ ਕਿਹੋ ਜਿਹੀ ਆ ਤੇ ਕਿਹੋ ਜਿਹਾ ਸਮਾਜ ਨੂੰ ਉਹ ਦੇਣਗੇ। ਕੀ ਤੁਸੀਂ ਉਮੀਦ ਕਰ ਸਕਦੇ ਆ? ਤੇ ਜਿਹੜਾ ਗੈਂਗਸਟਰ ਕਲਚਰ ਆ ਉਹ ਉਹਦੇ ਨਾਲ ਹੀ ਬਚਣਗੇ, ਨਾ ਕਿ ਇੱਥੇ ਕਾਨੂੰਨ ਨਾਲ ਜਾਂ ਆਪਣੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਨਾਲ ਇੱਥੇ ਦੇਸ਼ ਦੇ ਵਿੱਚ ਆਪਣੀ ਰਾਜਨੀਤੀ ਕਰ ਪਾਉਣਗੇ। ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਦਾ ਕਹਿਣਾ ਗਾ ਕਿ ਜਿਹੜੀ ਗੈਂਗਵਾਰ ਆ ਜਾਂ ਗੈਂਗਸਟਰ ਨੇ ਉਹ ਉਹਦੇ ਨਾਲ ਹੀ ਬਚਣਗੇ ਜੇਕਰ ਰਾਜਨੀਤਿਕ ਪਾਰਟੀਆਂ ਚੰਗੀਆਂ ਹੋਣਗੀਆਂ। ਤੇ ਪੰਜਾਬ ਨੂੰ ਅੱਜ ਲੋੜ ਆ, ਪੰਜਾਬੀਅਤ ਨੂੰ ਅੱਜ ਲੋੜ ਆ ਰਾਜਨੀਤਿਕ ਪਾਰਟੀ ਚੰਗੀ ਬਣਾਉਣ ਦੀ। ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੇ ਬੁੱਧੀਜੀਵੀ ਨੇ, ਜਿਹੜੇ ਪ੍ਰੋਫੈਸਰ ਨੇ, ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਹਾਂਗੇ। ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਆਗਿਆ। ਧੰਨਵਾਦ।